ਅਸੀਂ ਗੱਲ ਕਰ ਰਹੇ ਹਾਂ ਮਿਸਟਰ ਥਿੰਨ ਦੇ ਨਾਲ, ਜਿਹੜੇ ਕਿ ਸਾਰੀ ਸਕੂਲ ਬੋਰਡ ਦੇ ਉੱਤੇ ਐਜ਼ ਅ ਟਰਸਟੀ ਬਹਿੰਦੇ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਅਬਾਊਟ ਦ ਸਕੂਲਿੰਗ ਸਿਸਟਮ ਇਨ BC, ਜਿੱਥੇ ਸਾਡੇ ਬੱਚੇ ਜਾਂਦੇ ਨੇ, ਸਾਡੀ ਨਵੀਂ ਪੀੜ੍ਹੀ ਜਿੱਥੇ ਪੜ੍ਹਨ ਜਾਂਦੀ ਹੈ, ਸਿੱਖਣ ਜਾਂਦੀ ਹੈ। ਉਹਦੇ ਵਿੱਚ ਅਸਲ 'ਚ ਹੁੰਦਾ ਕੀ ਹੈ, ਪੋਲਿਸੀਜ਼ ਕਿੱਦਾਂ ਬਣਦੀਆਂ ਨੇ ਸਕੂਲਸ ਦੀਆਂ, ਬਜਟਿੰਗ ਕਿੱਦਾਂ ਹੁੰਦੀ ਹੈ ਸਕੂਲਸ ਦੀ। ਇਹ ਸਾਰੀ ਗੱਲਬਾਤ ਅਸੀਂ ਮਿਸਟਰ ਥਿੰਨ ਦੇ ਨਾਲ ਕਰ ਰਹੇ ਹਾਂ। ਲੈਂਦੇ ਹਾਂ ਜੀ ਸਾਡੇ ਪਹਿਲੇ ਕਾਲਰ ਸੁਖਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਸੁਖਵੰਤ ਜੀ, ਵੈਲਕਮ ਔਨ 에ਅਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਬਹੁਤ ਵਧੀਆ ਇਹਨਾਂ ਨੇ ਸਕੂਲ ਦੇ ਪ੍ਰਬੰਧ ਬਾਰੇ ਥਿੰਨ ਸਾਹਿਬ ਨੇ ਵੱਖ-ਵੱਖ ਵਿਸ਼ਿਆਂ ਤੇ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਆ। ਮੇਰਾ ਇੱਕ ਕੁਐਸਚਨ ਹੈਗਾ ਕਿ ਦੇਖੋ, ਜਿਸ ਤਰ੍ਹਾਂ ਸਾਡੀ ਫੈਡਰਲ ਸਰਕਾਰ ਚੁਣੀ ਜਾਂਦੀ ਆ, ਜਾਂ ਸਾਡੇ ਪ੍ਰੋਵਿੰਸ ਦੀ ਸਰਕਾਰ ਚੁਣੀ ਜਾਂਦੀ ਆ, ਜਾਂ ਸਾਡੇ ਸ਼ਹਿਰ ਦੀਆਂ ਮਿਊਨਿਸਪਲ ਕਮੇਟੀਆਂ ਚੁਣੀ ਜਾਂਦੀਆਂ, ਜਾਂ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਚੁਣੀਆਂ ਜਾਂਦੀਆਂ, ਇਸੇ ਤਰ੍ਹਾਂ ਲੋਕਾਂ ਦੀਆਂ ਵੋਟਾਂ ਦੇ ਨਾਲ ਹੀ ਜਿਹੜੇ ਹੈਗੇ ਸਾਡੇ ਇਹ ਸਤਿਕਾਰਯੋਗ ਜਿਹੜੇ ਟਰਸਟੀ ਹੈਗੇ ਆ ਸਕੂਲ ਬੋਰਡ ਦੇ, ਇਹ ਚੁਣੇ ਜਾਂਦੇ ਆ। ਹਾਂਜੀ। ਹੁਣ ਉਹ ਜਦੋਂ ਵੋਟਾਂ ਪੈ ਗਈਆਂ, ਇਹਨਾਂ ਨੂੰ ਚੁਣਿਆ ਗਿਆ, ਤਾਂ ਜਿਹੜਾ ਇਹਨਾਂ ਦਾ ਮੈਨੀਫੈਸਟੋ ਸੀ ਉਹਦੇ ਮੁਤਾਬਕ ਲੋਕਾਂ ਨੇ ਵੋਟਾਂ ਪਾਈਆਂ। ਹੁਣ ਜਿਹੜੇ ਵੀ ਇਸ ਤਰ੍ਹਾਂ ਦੇ ਮੁੱਦੇ ਹੈਗੇ ਆ, ਉਹ ਮੈਨੀਫੈਸਟੋ ਦੇ ਵਿੱਚ ਲਿਆਂਦੇ ਜਾਇਆ ਕਰਨ, ਤੇ ਮੈਨੀਫੈਸਟੋ ਦੇ ਮੁਤਾਬਕ ਜਦੋਂ ਲੋਕਾਂ ਨੇ ਵੋਟਾਂ ਪਾਤੀਆਂ, ਤੁਹਾਨੂੰ ਚੁਣਤਾ, ਤਾਂ ਫਿਰ ਤੁਹਾਡੇ ਜਿੰਨੇ ਵੀ ਟਰਸਟੀ ਹੈਗੇ ਆ, ਉਹਦੇ ਵਿੱਚ ਜਿਹੜਾ ਬਹੁਮਤ ਹੈਗਾ, ਉਹਦੇ ਮੁਤਾਬਕ ਸਾਰਾ ਕੁਛ ਕਰ ਲਿਆ ਜਾਵੇ ਦੁਬਾਰਾ ਲੋਕਾਂ ਨੂੰ ਵੋਟਾਂ ਪਵਾਉਣ ਦੀ ਖਾਤਰ। ਦੂਜੀ ਗੱਲ ਦੇਖੋ, ਹੁਣ ਜਿਵੇਂ ਇਹਨਾਂ ਨੇ ਕਿਹਾ ਕਿ ਬੇਸ਼ੱਕ 25,000 ਬੱਚਾ ਪੜ੍ਹ ਰਿਹਾ, ਜੇ ਉਹ 'ਚੋਂ 1000 ਵੋਟ ਵੀ ਪੈ ਜਾਂਦੀ ਆ, ਔਰ ਉਹਦੇ 'ਚੋਂ 80% 800 ਵੋਟ ਜਿਹੜੀ ਆ ਕਿਸੇ ਚੀਜ਼ ਦੇ ਹੱਕ ਵਿੱਚ ਪੈ ਜਾਂਦੀ ਆ, ਤਾਂ ਉਹ ਲਾਗੂ ਹੋ ਜੂ। ਜਿਹੜੀ 800 ਵੋਟ ਆ 25,000 ਦੇ ਮੁਕਾਬਲੇ ਦੇ ਵਿੱਚ, ਉਹ ਕਿੰਨੇ % ਹੋਈ? ਕਿਉਂਕਿ ਲੋਕ ਜਿਹੜੇ ਆ ਉਹ ਜਾਂ ਉਹ ਕੰਮਾਂ ਦੇ ਰੁਝਾਨ ਦੇ ਵਿੱਚ, ਜਾਂ ਉਹ ਇੰਟਰਸਟ ਨਹੀਂ ਰੱਖਦੇ ਵੋਟ ਪਾਉਣ ਦੇ ਵਿੱਚ, ਜਾਂ ਕਈਆਂ ਨੂੰ ਨੌਲੇਜ ਹੀ ਨਹੀਂ ਹੁੰਦੀ ਗੀ ਕਿ ਅਸੀਂ ਵੋਟ ਪਾਉਣੀ ਆ। ਸੋ ਇਸ ਕਰਕੇ ਫਿਰ ਉਹਨਾਂ ਲੋਕਾਂ ਦਾ ਜਿਹੜੇ 800 ਦੀ ਬਜਾਏ ਦੇ 25,000 ਤੋਂ 800 ਕੱਢ ਲਓ, ਦੂਜਿਆਂ ਲੋਕਾਂ ਦੇ ਹੱਕ ਤਾਂ ਫਿਰ ਮਾਰੇ ਗਏ ਨਾ ਇਸ ਹਿਸਾਬ ਦੇ ਨਾਲ। ਤੇ ਜਦੋਂ ਇਹਨਾਂ ਨੂੰ ਚੁਣਤਾ ਉਹਨਾਂ ਨੇ, ਤੇ ਇਹਨਾਂ ਦਾ ਹੱਕ ਬਣਦਾ ਹੈ ਕਿ ਜਿਹੜਾ ਮੈਨੀਫੈਸਟੋ ਇਹਨਾਂ ਨੇ ਲੈ ਕੇ ਆਏ ਸੀ ਲੋਕਾਂ ਦੇ ਵਿੱਚ, ਤੇ ਉਹਨੂੰ ਲਾਗੂ ਕਰ ਦੇਣ। ਦੁਬਾਰਾ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਗੀ, ਕਿਉਂਕਿ ਜੋ ਵੀ ਕਰ ਰਹੇ ਆ ਦਫ਼ਤਰ ਵਾਲੇ, ਇਹ ਬੱਚਿਆਂ ਦੀ ਹਿੱਤ ਦੇ ਵਿੱਚ, ਲੋਕਾਂ ਦੀ ਹਿੱਤ ਦੇ ਵਿੱਚ ਕਰ ਰਹੇ ਆ ਨਾ। ਤੇ ਜੇ ਲੋਕਾਂ ਨੂੰ ਗੱਲ ਚੰਗੀ ਨਹੀਂ ਲੱਗੂ, ਤੇ ਲੋਕ ਸਾਈਨ ਕਰਕੇ ਫਿਰ ਜਿੰਨੇ % ਦੇਣਗੇ ਉਹਦੇ ਮੁਤਾਬਕ ਫਿਰ ਰੈਫਰੈਂਡਮ ਕਰਵਾ ਲੈਣ। ਇਸ ਕਰਕੇ ਬਜਾਏ ਇਸਦੇ ਕਿ ਅਸੀਂ ਯੂਨੀਫਾਰਮ ਜਾਂ ਸਾਡੇ ਬੱਚੇ ਹੁਣ ਡਰੱਗ ਦਾ ਪੁਲਿਸ ਦੀ ਅਸੀਂ ਡਿਊਟੀ ਲਾਉਣੀ ਆ, ਜਾਂ ਸਿਕਿਉਰਿਟੀ ਗਾਰਡ ਰੱਖਣੇ ਆ ਸਕੂਲਾਂ ਦੇ ਵਿੱਚ, ਜਾਂ ਜੋ ਵੀ ਕਰਨਾ ਹੈਗਾ, ਉਹ ਫਿਰ ਇਸ ਤਰ੍ਹਾਂ ਤਾਂ ਬਹੁਤ ਲੰਬਾ ਪਈ ਜਾਂਦਾ ਹੈ। ਜੇ ਤੁਰੰਤ ਫੈਸਲਾ ਆਪਣੇ ਆਪ ਲੈ ਲਿਆ ਕਰਨ, ਤੇ ਮੈਨੂੰ ਤਾਂ ਲੱਗਦਾ ਬਹੁਤ ਫਾਇਦਾ ਹੋਊਗਾ, ਤੇ ਨਾਲੇ ਬਹੁਤ ਵਧੀਆ ਹੋਊਗਾ। ਇਹਨਾਂ ਦਾ ਕੀ ਵਿਚਾਰ ਹੈ ਇਹਦੇ ਬਾਰੇ ਜੀ? ਥੈਂਕ ਯੂ ਜੀ ਸੁਖਵੰਤ ਜੀ। ਸੁਖਵੰਤ ਜੀ, ਥੈਂਕ ਯੂ ਤੁਹਾਡੇ ਸਵਾਲਾਂ ਲਈ। ਦੋ ਇਹਨਾਂ ਦੇ ਹੈਗੇ ਆ ਸਵਾਲ, ਤੇ ਉਹਨਾਂ ਦਾ ਮੈਂ ਪਹਿਲੀ ਗੱਲ ਤਾਂ ਜਿਹੜੇ ਇਲੈਕਸ਼ਨ ਪਲੇਟਫਾਰਮ ਹੁੰਦਾ ਹੈ ਹਮੇਸ਼ਾ ਜੀ, ਇਹ ਸਕੂਲ ਡਿਸਟ੍ਰਿਕਟ ਲੈਵਲ 'ਤੇ ਨਹੀਂ ਹੁੰਦਾ, ਪਰ ਇਹਨਾਂ ਦਾ ਸੁਝਾਅ ਚੰਗਾ। ਮੇਰੇ ਖਿਆਲ ਨਾਲ ਸਾਨੂੰ ਵੀ ਕੋਈ ਨਾ ਕੋਈ ਇਲੈਕਸ਼ਨ ਪਲੇਟਫਾਰਮ ਲਿਖਣਾ ਚਾਹੀਦਾ, ਮੈਨੀਫੈਸਟੋ ਹੋਣਾ ਚਾਹੀਦਾ ਕਿ ਵੀ ਅਸੀਂ ਇਹ ਕੁਛ ਕਰਨਾ ਹੈਗਾ। ਲਿਖਤੀ ਰੂਪ ਦੇ ਵਿੱਚ ਚਾਹੀਦਾ, ਜਿਸ ਤਰ੍ਹਾਂ ਕਿ ਪ੍ਰੋਵਿੰਸ਼ੀਅਲ ਗੌਰਮੈਂਟ ਦਾ ਵੀ ਲਿਖਤੀ ਰੂਪ 'ਚ ਹੁੰਦਾ, ਫੈਡਰਲ ਦਾ ਵੀ ਹੁੰਦਾ, ਸਿਵਿਕ ਦਾ ਵੀ ਉਹਨਾਂ ਦਾ ਲਿਖਤੀ ਰੂਪ ਦੇ ਵਿੱਚ ਤਾਂ ਨਹੀਂ ਹੁੰਦਾ, ਪਰ ਉਹਨਾਂ ਦੀ ਵਰਬਲ ਕਮਿਟਮੈਂਟਸ ਹੁੰਦੀਆਂ ਵੀ ਜੇ ਸਾਡਾ ਇਹ ਮੇਅਰ ਜਾਂ ਕਾਊਂਸਲ ਬਣ ਜਾਂਦਾ ਤਾਂ ਅਸੀਂ ਇਹ ਕਰਾਂਗੇ ਸਰੀ ਦੇ ਵਿੱਚ। ਸਕੂਲ ਡਿਸਟ੍ਰਿਕਟ ਦਾ ਇੱਦਾਂ ਦਾ ਕੋਈ ਨਹੀਂ ਹੁੰਦਾ, ਪਰ ਆਈ ਥਿੰਕ ਇਟਸ ਅ ਗੁੱਡ ਸੁਜੈਸ਼ਨ, ਵੈਰੀ ਗੁੱਡ ਸੁਜੈਸ਼ਨ ਗੋਇੰਗ ਫਾਰਵਰਡ। ਆਈ ਥਿੰਕ ਆਉਂਦੇ ਸਮਿਆਂ ਦੇ ਵਿੱਚ ਇਹਦੇ 'ਤੇ ਕੰਮ ਕਰਨ ਦੀ ਲੋੜ ਹੈਗੀ ਆ। ਔਰ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਪਲੇਟਫਾਰਮ ਜੋ ਕਿ ਸਿੱਧਾ ਜਾਂ ਸਿੱਧੇ ਤੌਰ 'ਤੇ ਜਿਹੜਾ ਅਸਰ ਉਹ ਬੱਚਿਆਂ 'ਤੇ ਜਾਂ ਪੇਰੈਂਟਸ 'ਤੇ ਜਾਂ ਸਟਾਫ 'ਤੇ ਪਵੇ। ਸੋ ਜੇ ਕਮਿਊਨਿਟੀ ਕੰਸਲਟੇਸ਼ਨ ਦੀ ਗੱਲ ਕਰੀਏ, ਇਹ ਵਿੱਚ ਇਹ ਵੀ ਕਹਿ ਗਏ ਵੀ ਤੁਸੀਂ ਜੀ ਜਿਹੜਾ ਉਹ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਰਾਓ ਕਿ ਵੀ ਪੇਰੈਂਟਸ ਜਿਹੜੇ ਉਹ ਆਪਣੀ ਆਵਾਜ਼ ਚੱਕ ਸਕਣ ਜਾਂ ਦੱਸ ਸਕਣ ਵੀ ਅਸੀਂ ਇਹ ਚਾਹੁੰਦੇ ਹੈਗੇ ਹੈ ਨਾ। ਉਹੀ ਕਮਿਊਨਿਟੀ ਕੰਸਲਟੇਸ਼ਨ, ਇਟਸ ਆਲ ਅਬਾਊਟ ਲਿਸਨਿੰਗ ਟੂ ਪੇਰੈਂਟਸ। ਅਤੇ ਪੇਰੈਂਟਸ ਦੇ ਵਿੱਚ ਜੀ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ 1000 ਪੇਰੈਂਟ ਹੀ ਇਨਵੋਲਵ ਕਰੋ। ਅਸੀਂ ਤਾਂ ਕਹਿ ਰਹੇ ਹਾਂ ਵੀ, ਹਾਲਾਂਕਿ ਜਦੋਂ ਮੈਂ ਇਹ ਮੋਸ਼ਨ ਵੀ ਰੱਖਿਆ ਫਲੋਰ ਦੇ ਉੱਤੇ, ਮੈਂ ਸਟਾਫ ਨੂੰ ਬਹੁਤ ਹੀ ਸੀਰੀਅਸ ਅਤੇ ਸਿੱਧੇ ਤਰੀਕੇ ਨਾਲ ਇੰਸਟਰਕਸ਼ਨ ਦਿੱਤੀਆਂ ਵੀ ਇਹਦਾ ਔਨਲਾਈਨ ਵਰਜ਼ਨ ਵੀ ਹੋਣਾ ਚਾਹੀਦਾ।
ਮੈਨੂੰ ਪਤਾ ਮਾਪੇ ਜਿਹੜੇ ਬਿਜ਼ੀ ਆ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ, ਔਰ ਮੈਂ ਉਹਦੇ ਨਾਲ ਇਹ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਇਹਦਾ ਦੂਜੀਆਂ ਭਾਸ਼ਾਵਾਂ ਦੇ ਵਿੱਚ ਵੀ ਉਹਨਾਂ ਕੋਲੇ ਹੋਣਾ ਚਾਹੀਦਾ, ਪੰਜਾਬੀ, ਹਿੰਦੀ ਜਾਂ ਜਿਹੜੀਆਂ ਵੀ ਅਸੀਂ ਲੈਂਗੁਏਜਿਸ ਹੋਰ ਉੱਥੇ ਵਰਤਦੇ ਆ ਸਕੂਲ ਡਿਸਟ੍ਰਿਕਟ ਦੇ, ਤਾਂ ਕਿ ਜੋ ਸਾਰੇ ਹੀ ਪੇਰੈਂਟਸ ਇਹਦੇ ਵਿੱਚ ਪਾਰਟੀਸਪੇਟ ਕਰਨ। ਅਸੀਂ ਕੀ ਚਾਹੁੰਦੇ, ਅਸੀਂ ਚਾਹੁੰਦੇ 75,000 ਪੇਰੈਂਟਸ ਦੀ ਫੀਡਬੈਕ ਸਾਨੂੰ ਆਵੇ, 75,000 ਜਿੰਨੇ ਵੀ ਪੇਰੈਂਟ ਹੈਗੇ ਆ ਸਾਡੇ, ਹੈ ਨਾ, ਸਾਰੇ ਬੱਚੇ ਪੇਰੈਂਟ ਪਾਰਟੀਸਪੇਟ ਕਰਨ ਇਹਦੇ ਵਿੱਚ। ਹਾਂ, ਉਹ ਨੰਬਰ ਮੈਂ ਇੱਕ ਜ਼ਰੂਰ ਦਿੱਤਾ ਸੀਗਾ 1000 ਦਾ, ਕਿਉਂਕਿ ਮੈਨੂੰ ਕਮਿਊਨਿਟੀ ਦੀ ਪਾਰਟੀਸਪੇਸ਼ਨ ਦੀ ਇਨਵੋਲਵਮੈਂਟ ਬਾਰੇ ਪਤਾ ਹੈਗਾ। ਮੇਰੇ ਮੈਂ ਪਰਸਨਲ ਐਕਸਪੀਰੀਅੰਸ ਤੋਂ ਗੱਲ ਕਰ ਰਿਹਾ, ਕਿਉਂਕਿ ਜਿਹੜੀ ਟਮੈਨਾਵਸ ਦੇ ਵਿੱਚ 20 ਮਾਪੇ ਉਦਣ ਆਏ ਹੈਗੇ ਆ, ਉਹ ਇਸ ਗੱਲ ਦਾ ਜਿਉਂਦਾ ਜਾਗਦਾ ਜਿਹੜਾ ਉਹ ਉਦਾਹਰਨ ਹੈਗੇ ਆ ਕਿ ਬੱਚਿਆਂ ਦੀ ਜਦੋਂ ਲਾਈਫ ਦੀ ਗੱਲ ਹੋਵੇ, ਜਦੋਂ ਸਿਕਿਉਰਿਟੀ ਦੀ, ਸੇਫਟੀ ਦੀ ਗੱਲ ਕਰੀਏ, ਆਪਾਂ ਬਹੁਤ ਜ਼ਿਆਦਾ ਕਾਲਾਂ ਕਰਦੇ ਹਾਂ, ਫੋਨ ਕਾਲ ਕਰਦੇ ਹਾਂ, ਡਿਸਟ੍ਰਿਕਟ ਲੈਵਲ 'ਤੇ ਵੀ ਆਉਂਦੇ, ਪਰ ਜਿਹੜੀ ਇਫੈਕਟਿਵ ਜਿੱਥੇ ਐਡਵੋਕੇਸੀ ਦੀ ਗੱਲ ਹੁੰਦੀ ਆ ਵੀ ਇੱਥੇ ਹੁਣ ਫਰਕ ਪੈਣਾ, ਹੁਣ ਇੱਥੇ ਸਿਸਟਮ ਚੇਂਜ ਹੋਣਾ, ਉੱਥੇ ਸਾਡੀ ਸ਼ਮੂਲੀਅਤ ਨਹੀਂ ਹੁੰਦੀ ਹੈਗੀ। ਸੋ ਅਗੇਨ ਜਿਹੜਾ ਡਿਸਟ੍ਰਿਕਟ ਨੇ ਕੋਈ ਵੀ ਜਿਹੜਾ ਡਿਸੀਜਨ ਬਣਾਉਣਾ, ਉਹ ਜਦੋਂ ਇਹਨਾਂ ਪੇ ਕਮਿਊਨਿਟੀ ਕੰਸਲਟੇਸ਼ਨ ਦੀ ਜਿਹੜੀ ਫੀਡਬੈਕ ਦੇ ਵਿੱਚੋਂ ਕਾਮਨ ਥੀਮ ਲੱਭੇ, ਉਹਨਾਂ ਦੇ ਬੇਸਿਸ 'ਤੇ ਹੋਏਗਾ। ਉਹਦੀ ਜਾਣਕਾਰੀ ਜਿਹੜੀ ਮੈਂ ਟਾਈਮ ਟੂ ਟਾਈਮ ਤੁਹਾਡੇ ਰੇਡੀਓ ਸਟੇਸ਼ਨ ਦੇ ਰਾਹੀਂ ਵੀ, ਹੋਰ ਵੀ ਚੈਨਲਸ ਦੇ ਮਾਧਿਅਮ ਦੇ ਰਾਹੀਂ ਅਸੀਂ ਪੇਰੈਂਟਸ ਨੂੰ ਦੇਵਾਂਗੇ। ਪਰ ਪੇਰੈਂਟਸ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਜਦੋਂ ਉਹ ਕਮਿਊਨਿਟੀ ਕੰਸਲਟੇਸ਼ਨ ਆਉਣ ਤਾਂ ਉਹਦੇ ਵਿੱਚ ਤੁਸੀਂ ਆਪਣਾ ਪਾਰਟੀਸਪੇਟ ਕਰੋ। ਜੇ ਰੈਫਰੈਂਡਮ ਦੀ ਗੱਲ ਕਰੀਏ, ਰੈਫਰੈਂਡਮ ਦਿਸ ਇਜ਼ ਲਾਈਕ ਅ ਰੈਫਰੈਂਡਮ। ਹੁਣ ਪੇਰੈਂਟ ਆਪ ਹੀ ਕਾਲਰ ਕਹਿ ਕੇ ਗਏ ਆ ਕਿ ਰੈਫਰੈਂਡਮ ਕਰਾਓ, ਪਰ ਰੈਫਰੈਂਡਮ ਕੀ ਹੁੰਦਾ? ਰੈਫਰੈਂਡਮ ਕਿਹੜਾ 1 ਜਾਂ 2 ਸਾਈਨਸ ਦੇ ਨਾਲ ਜਿਹੜਾ ਪਾਸ ਹੋ ਜਾਣਾ? ਦਿਸ ਇਜ਼ ਐਗਜ਼ੈਕਟਲੀ ਲਾਈਕ ਅ ਰੈਫਰੈਂਡਮ। ਜਾਂ ਜੇ ਸਾਡਾ ਕੋਈ ਪਲੈਟਫਾਰਮ, ਇਲੈਕਸ਼ਨ ਪਲੈਟਫਾਰਮ, ਮੈਨੀਫੈਸਟੋ ਆਪਾਂ ਗੱਲ ਕਰਦੇ ਹੈਗੇ ਆ, ਉਹ ਮੈਨੀਫੈਸਟੋ ਦੇ ਵਿੱਚ ਮੇਰਾ ਜਿਹੜਾ ਪਰਸਨਲ ਮੈਨੀਫੈਸਟੋ ਸੀਗਾ ਪਹਿਲੇ ਇਲੈਕਸ਼ਨ ਦੀ 2014 ਦੀ ਗੱਲ ਕਰਾਂ, ਮੇਰਾ ਆਹੀ ਸੀਗਾ ਕਿ ਮੈਂ ਪੰਜਾਬੀ ਮਾਂ ਬੋਲੀ ਲਈ ਕੰਮ ਕਰਨਾ, ਸਕੂਲਾਂ ਦੇ ਵਿੱਚ ਜਿੱਥੇ ਪੰਜਾਬੀ ਪੜ੍ਹਾਈ ਜਾ ਰਹੀ ਆ ਉਹਦੇ ਉੱਤੇ ਮੈਂ ਕੰਮ ਕਰਨਾ, ਔਰ ਮੈਂ ਉਹਦੇ 'ਤੇ ਵਚਨਬੱਧ ਅੱਜ ਵੀ ਹੈਗਾ। ਪਰ ਅਗੇਨ ਕੱਲਾ ਟਰਸਟੀ ਗੈਰੀ ਥਿੰਦ ਕੁਛ ਨਹੀਂ ਕਰ ਸਕਦਾ ਜਿੰਨੀ ਚਿਰ ਤੱਕ ਕਮਿਊਨਿਟੀ ਨਾ ਕਵੇ ਵੀ ਸਾਨੂੰ ਇਸ ਸਕੂਲ ਦੇ ਵਿੱਚ, ਅਸੀਂ ਆਪਣੇ ਬੱਚੇ ਨੂੰ ਜਦੋਂ 4ਥੀ ਜਮਾਤ 'ਚੋਂ 5ਵੀਂ ਜਮਾਤ ਵਿੱਚ ਗਿਆ, ਅਸੀਂ ਉਹਨੂੰ ਪੰਜਾਬੀ ਪੜ੍ਹਾਉਣਾ ਚਾਹੁੰਦੇ ਹਾਂ, ਅਤੇ ਗੈਰੀ ਨਹੀਂ ਕੁਛ ਵੀ ਕਰ ਸਕਦਾ। ਗੈਰੀ ਸਿਰਫ ਇੱਕ ਪਾਲਿਸੀ ਜਾਂ ਇੱਕ ਉੱਥੇ ਸੁਝਾਅ ਲੈ ਕੇ ਆ ਸਕਦਾ ਟੇਬਲ ਦੇ ਉੱਤੇ। ਸੀਨੀਅਰ ਮੈਨੇਜਮੈਂਟ ਨੂੰ, ਸਕੂਲ ਸਟਾਫ ਨੂੰ ਕੀ ਚਾਹੀਦਾ ਵੀ ਘੱਟੋ ਘੱਟ 25 ਬੱਚੇ ਉਸ ਜਮਾਤ ਦੇ ਵਿੱਚ ਚਾਹੀਦੇ ਆ ਵੀ ਜਿਹੜੇ ਪੇਰੈਂਟ ਕਹਿਣ ਵੀ ਅਸੀਂ ਪੰਜਾਬੀ ਪੜ੍ਹਾਉਣਾ ਚਾਹੁੰਦੇ ਆਪਣੇ ਬੱਚੇ ਨੂੰ। ਦੁੱਖ ਦੀ ਗੱਲ ਕੀ ਹੈ ਵੀ ਸਾਡੀ ਲਿਸਟ ਹੁੰਦੀ ਹੈਗੀ ਆ 25 ਜਾਂ 30 ਸਕੂਲਾਂ ਦੀ, ਜਿੱਥੇ ਅਸੀਂ ਸੋਚਦੇ ਹਾਂ ਵੀ ਸਾਡੀ ਜਿਹੜੀ ਪੰਜਾਬੀ ਬੋਲਣ ਵਾਲੀ ਬਹੁਤ ਗਿਣਤੀ ਹੈਗੀ ਹੈ ਇੱਥੇ ਇਹਨਾਂ ਸਕੂਲਾਂ ਦੇ ਵਿੱਚ 50% ਤੋਂ ਉੱਤੇ ਬੱਚੇ, ਜਿਹੜੇ 50% ਪੇਰੈਂਟ ਤਾਂ ਉਹਦਾ ਜਵਾਬ ਹੀ ਨਹੀਂ ਦਿੰਦੇ ਹੈਗੇ ਸਰਵੇ ਦਾ। ਤੇ ਸਰਵੇ ਹੁੰਦਾ ਕਿੱਦਾਂ ਹੈ? ਤੁਸੀਂ ਮੇਲ ਕਰਦੇ ਹੋ ਘਰਾਂ 'ਚੋਂ ਜਾਂ ਸਕੂਲ 'ਚ ਬੱਚਿਆਂ ਨੂੰ ਦਿੰਦੇ ਹੋ? ਹਾਂਜੀ, ਉਹ ਲੈਟਰ ਹੁੰਦੀ ਹੈ ਇੱਕ, ਉਹ ਬੱਚਿਆਂ ਦੇ ਰਾਹੀਂ ਘਰਾਂ ਦੇ ਵਿੱਚ, ਹਰੇਕ ਘਰ ਦੇ ਵਿੱਚ ਪਹੁੰਚਾਈ ਜਾਂਦੀ ਹੈ, ਔਰ ਉਹਨੂੰ ਨਾਲ ਇਹ ਵੀ ਕਿਹਾ ਜਾਂਦਾ ਵੀ ਇਹਦਾ ਜਵਾਬ ਦਿਓ, ਤੁਸੀਂ ਜ਼ਰੂਰ ਦਿਓ, ਰਾਈਟ। ਸੋ ਉਹਦੇ ਉੱਤੇ ਚੁਆਇਸ ਹੁੰਦੀ ਹੈ ਵੀ ਜਦੋਂ ਤੁਹਾਡਾ ਬੱਚਾ 4ਥੀ ਤੋਂ 5ਵੀਂ ਵਿੱਚ ਗਿਆ, ਤੁਸੀਂ ਇਹਨਾਂ ਲੈਂਗੁਏਜਿਸ ਵਿੱਚ ਕਿਹੜੀ ਉਹਨੂੰ ਪੜ੍ਹਾਉਣਾ ਚਾਹੁੰਦੇ ਹੋ, ਚਾਹੇ ਫਰੈਂਚ ਹੈ, ਚਾਹੇ ਮੈਂਡਰੀਅਨ ਹੈ, ਚਾਹੇ ਪੰਜਾਬੀ ਹੈ, ਤੁਸੀਂ ਟਿਕ ਕਰਨਾ ਹੁੰਦਾ। ਸੋ ਉਹਦੇ ਵਿੱਚ ਜੇ ਸਾਨੂੰ 25 ਪੇਰੈਂਟਸ ਦੇ ਜਵਾਬ ਨਹੀਂ ਆਏ ਵੀ ਅਸੀਂ ਇਹ ਪੰਜਾਬੀ ਪੜ੍ਹਾਉਣਾ ਚਾਹੁੰਦੇ ਹਾਂ, ਕਈ ਸਕੂਲਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਗ੍ਰੀਨ ਟਿੰਬਰ ਗੱਲ ਕਰਾਂ, ਮਿਸਟਰ ਤੱਗੜ ਸਾਹਿਬ ਹੈਗੇ ਉੱਥੇ, ਮਿਸਟਰ ਸੈਣੀ ਹੈਗੇ ਆ, ਉਹਨਾਂ ਨੇ ਬਹੁਤ ਜ਼ਿਆਦਾ ਇਨੀਸ਼ੀਏਟਿਵ ਲਿਆ। ਕੇਵਲ ਸਿੰਘ ਤੱਗੜ ਹੋਰਾਂ ਨੇ ਉੱਥੇ ਕਮਿਊਨਿਟੀ ਇਕੱਠੀ ਕੀਤੀ, ਉਹਨਾਂ ਨੇ ਕਮਿਊਨਿਟੀ ਨੂੰ ਐਜੂਕੇਟ ਕੀਤਾ ਵੀ ਕੀ ਇਹਦੀ ਇੰਪੋਰਟੈਂਸ ਹੈਗੀ ਪੰਜਾਬੀ ਦੀ, ਵਾਈ ਸੈਕਿੰਡ ਲੈਂਗੁਏਜ, ਹੈ ਨਾ। ਅਤੇ ਕਿਉਂਕਿ ਯੂਨੀਵਰਸਿਟੀ ਆਫ ਟੋਰਾਂਟੋ ਦੇ ਇੱਕ ਪ੍ਰੋਫੈਸਰ ਦੀ ਜਿਹੜੀ ਉਹ ਸਟੱਡੀ ਹੈ, ਉਹ ਇਹ ਕਹਿੰਦੀ ਹੈ ਵੀ ਜਿਹੜੇ ਬ੍ਰੇਨ ਈਜ਼ੀਲੀ 2 ਲੈਂਗੁਏਜਿਸ ਵਿੱਚ ਸਵਿਚ ਕਰ ਲੈਣ, ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਇੱਕ ਭਾਸ਼ਾ ਬੋਲਣ ਵਾਲੇ ਜਿਹੜੇ ਬੱਚੇ ਨਾਲੋਂ ਤਕਰੀਬਨ 25% ਜ਼ਿਆਦਾ ਫਾਸਟਰ ਕੰਮ ਕਰਦਾ ਹੈਗਾ, ਔਰ ਜ਼ਿਆਦਾ ਡਿਵੈਲਪ ਹੋਇਆ ਹੁੰਦਾ ਹੈਗਾ। ਸੋ ਇਸ ਕਰਕੇ ਕੋਈ ਵੀ ਸੈਕਿੰਡ ਲੈਂਗੁਏਜ ਤੁਸੀਂ ਲਰਨ ਕਰੋ, ਜੇ ਤੁਸੀਂ ਆਪਣੀ ਮਾਂ ਬੋਲੀ ਲਰਨ ਕਰਦੇ ਹੋ ਤਾਂ ਬਹੁਤ ਅੱਛੀ ਗੱਲ ਹੈ, ਰਾਈਟ। ਕਿਉਂਕਿ ਅੱਜ ਦੀ ਜੇ ਆਪਾਂ ਸਰੀ ਦੀ ਸਟੇਟ ਦੀ ਗੱਲ ਕਰੀਏ, ਸਰੀ ਦੇ ਵਿੱਚ ਕੋਈ ਵੀ ਸਰਕਾਰੀ ਜੋਬਾਂ ਹੈਗੀਆਂ, ਚਾਹੇ ਬੈਂਕਾਂ ਦੀਆਂ ਜੋਬਾਂ ਹੋ ਗਈਆਂ ਜਾਂ ਕਿਸੇ ਵੀ ਸਰਕਾਰੀ ਅਦਾਰੇ ਦੇ ਵਿੱਚ ਤੁਸੀਂ ਜਾਣਾ, ਜੇ ਤੁਸੀਂ ਪੰਜਾਬੀ ਬੋਲ ਸਕਦੇ ਹੋ, ਪੰਜਾਬੀ, ਹਿੰਦੀ, ਇੰਗਲਿਸ਼ ਤਿੰਨੋਂ ਬੋਲ ਸਕਦੇ ਹੋ, ਤੁਹਾਨੂੰ ਉਹ ਜੋਬ ਵਿੱਚ ਪ੍ਰੈਫਰੈਂਸ ਮਿਲੂਗੀ। ਇਸ ਕਰਕੇ ਆਪਣੇ ਬੱਚਿਆਂ ਨੂੰ ਪੰਜਾਬੀ ਆਪਣੀ ਮਾਂ ਬੋਲੀ ਨਾਲ ਜੋੜ ਕੇ ਰੱਖਣਾ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ। ਬਿਲਕੁਲ ਬਿਲਕੁਲ। ਤੇ ਤੁਹਾਡਾ ਸਵਾਲ ਜੀ ਹੁਣ ਦੱਸੋ ਸਾਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਮੇਰਾ ਕੁਐਸਚਨ ਇਹ ਆ, ਜਿੱਦਾਂ ਵੀ ਹੁਣ ਇੰਡੀਆ ਕਿਉਂ ਪ੍ਰਾਈਵੇਟ ਸਕੂਲਾਂ 'ਚੋਂ ਪੜ੍ਹ ਕੇ ਆਏ ਹੋ ਆ, ਔਰ ਜਿਹੜਾ
ਜਿਹੜੀ ਸੀਰੀਅਸ ਇਸ਼ੂ ਆ ਇੱਥੇ, ਜਿੱਦਾਂ ਹੁਣ ਤੁਸੀਂ ਇੱਥੇ ਪੜ੍ਹੇ ਹੋ, ਮੈਨੂੰ ਲੱਗਦਾ ਤੁਹਾਡਾ ਤੁਸੀਂ ਬੋਰਨ ਵੀ ਨਿਸ਼ਾ ਇੱਥੇ ਹੀ ਹੋਵੋਗੇ ਐਜੂਕੇਟ, ਮੇਰਾ ਖਿਆਲ ਤੁਹਾਡੇ ਕੋਲ ਮਾਸਟਰ ਡਿਗਰੀ ਵੀ ਹੋਊਗੀ, ਅਸੀਂ ਤਾਂ ਪੜ੍ਹੇ ਹੋਏ ਨਹੀਂ ਬਾਹਲੇ। ਜਿਹੜਾ ਯੂਨੀਫਾਰਮ ਵਾਲਾ ਪਹਿਲਾਂ ਲਾ ਲਓ ਇਸ਼ੂ, ਇਹ ਬਿਲਕੁਲ ਕਮਿਊਨਿਜ਼ਮ ਦਾ ਸਾਈਨ ਆ। ਦੂਜੀ ਗੱਲ, ਜਿਹੜੇ ਇੰਡੀਆ ਵਿੱਚ ਮਾਡਲ ਹੈਗਾ ਇਹੋ ਟਿਊਸ਼ਨ ਤੇ ਕੰਮ ਚੱਲਦਾ ਔਰ ਇਹ ਮਨੀ ਬਿਜ਼ਨਸ ਹੈਗਾ, ਔਰ ਇਹਨੂੰ ਅਸੀਂ ਬਿਲਕੁਲ ਨਹੀਂ, ਐਜੂਕੇਸ਼ਨ ਜਿਹੜੀ ਹੈ ਪਬਲਿਕ ਐਜੂਕੇਸ਼ਨ, ਬਿਲਕੁਲ ਨਹੀਂ ਉਹ ਮਾਡਲ ਇੰਡੀਆ ਵਾਲਾ ਜਾਂ ਪਾਕਿਸਤਾਨ ਵਾਲਾ ਮਾਡਲ ਇੱਥੇ ਲਿਆਈਏ ਆਪਾਂ। ਜਿਹੜੇ ਸੀਰੀਅਸ ਇਸ਼ੂ ਆ, ਜਿੱਦਾਂ ਹੁਣ ਸੈਕਸ ਐਜੂਕੇਸ਼ਨ ਰੱਖ ਲਓ, ਕਦ ਸਟਾਰਟ ਕਰਨੀ ਹੈ ਬੱਚਿਆਂ ਨੂੰ, ਔਰ ਇਹ ਆਪਣੀ ਕਮਿਊਨਿਟੀ ਬਹੁਤ ਡਿਫਰ ਕਰਦੀ ਆ ਇੱਥੇ ਦੀ ਮੇਨ ਕਮਿਊਨਿਟੀ ਨਾਲੋਂ। ਤਾਂ ਬਾਕੀ ਜਿਹੜੇ ਹੋਰ ਇਦੋਂ ਵੀ ਸੀਰੀਅਸ ਕੁਐਸਚਨ ਤੁਸੀਂ ਪੁੱਛੇ ਨਹੀਂ, ਜਿਹੜੇ ਪੁੱਛਣੇ ਚਾਹੀਦੇ ਸੀ ਤੁਸੀਂ, ਮੈਨੂੰ ਪਤਾ ਤੁਸੀਂ ਇੱਥੇ ਬਹੁਤ ਹਾਈ ਐਜੂਕੇਸ਼ਨ ਲਈ ਆ, ਤਾਂ ਇਸ ਕਰਕੇ ਜੀ। ਬਾਕੀ ਇੰਡੀਆ ਵਾਲਾ, ਹਾਂ ਜਿੱਦਾਂ ਇਹਨਾਂ ਨੇ ਤਾਂ ਆਪਣੇ ਬੱਚੇ ਹੁਣ ਸਪੈਸ਼ਲ ਸਕੂਲ 'ਚ ਪਾ ਲਏ। ਜਿਹੜੇ ਬੰਦੇ ਹੁਣ ਟਰੱਕ ਡਰਾਈਵਰ ਆ ਜਾਂ ਹੋਰ ਆ, ਉਹ ਕਿੱਥੇ ਨੂੰ ਪ੍ਰਾਈਵੇਟ ਸਕੂਲਾਂ 'ਚ ਕਿੱਥੇ ਨੂੰ ਲੈ ਜਾਣਗੇ ਆਪਣੇ ਬੱਚਿਆਂ ਨੂੰ। ਔਰ ਅੱਜ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਜੀ, ਆਪਣੇ ਐਜੂਕੇਸ਼ਨ ਮਿਨਿਸਟਰ ਬਣੇ ਸੀ ਮੋਸ ਹੋਤਾ, 80 ਦੀ ਗੱਲ ਹੈ, 85 ਇੰਨਾ ਪ੍ਰੈਸ਼ਰ ਪਾਇਆ ਸੀ ਕਿ ਤੁਸੀਂ ਪ੍ਰਾਈਵੇਟ ਸਕੂਲ 'ਚ ਆਪਣੇ ਬੱਚੇ ਪਾਏ ਕਿਉਂ, ਤੁਹਾਨੂੰ ਕੌਨਫੀਡੈਂਸ ਨਹੀਂ ਹੈ ਇਹ ਪਬਲਿਕ ਸਕੂਲ ਦੇ ਵਿੱਚ। ਸੋ ਇਸ ਕਰਕੇ ਜਿਹੜਾ ਇੰਡੀਆ ਵਾਲਾ ਮਾਡਲ, ਟਿਊਸ਼ਨਾਂ ਪੜ੍ਹਾਉਣੀਆਂ, ਪੈਸੇ ਖਰਚਣੇ, ਆਪਣੇ ਬੱਚਿਆਂ ਨੂੰ ਪੁਸ਼ ਕਰਨਾ, ਉਹਨਾਂ ਨੂੰ ਇੰਨਾ ਸਟ੍ਰੈਸ ਪਾਉਣਾ, ਇਹ ਮੇਰਾ ਖਿਆਲ ਨਹੀਂ ਵੀ ਜਿਹੜੇ ਸਕੂਲ ਪਾਲਿਸੀ ਬਣਾਉਣ ਆ ਇੱਥੇ ਦੇ ਪੜ੍ਹੇ ਹੋਣੇ ਚਾਹੀਦੇ ਆ, ਔਰ ਇੱਥੇ ਦੀ ਉਹਨਾਂ ਕੋਲ ਮਾਸਟਰ ਡਿਗਰੀ ਘੱਟ ਤੋਂ ਘੱਟ ਹੋਵੇ, ਔਰ ਇੱਥੇ ਦੇ ਬੋਰਨ ਹੋਣ। ਮੇਰਾ ਤਾਂ ਇਹੋ ਓਪੀਨੀਅਨ ਆ ਜੀ। ਬਾਕੀ ਸੈਕਸ ਐਜੂਕੇਸ਼ਨ ਬਾਰੇ ਇਹਨਾਂ ਨੂੰ ਕੁਐਸਚਨ ਮੇਰਾ ਜਵਾਬ ਦੇਣਾ ਤਾਂ ਬਹੁਤ ਵਧੀਆ ਗੱਲ ਹੋਊਗੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਪਰਮਜੀਤ ਜੀ। ਪਰਮਜੀਤ ਜੀ, ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਅਸੀਂ ਇਹਨੇ ਜ਼ਰੂਰੀ ਸਵਾਲ ਨਹੀਂ ਪੁੱਛ ਰਹੇ। ਆਈ ਥਿੰਕ ਇਹ ਪ੍ਰੋਗਰਾਮ ਜਿਹੜਾ ਹੈਗਾ ਜੀ, ਇਸ ਕਰਕੇ ਅਸੀਂ ਆਡੀਅנס ਨੂੰ ਇਨਕਰੇਜ ਕਰਦੇ ਹਾਂ ਕਿ ਤੁਸੀਂ ਕਾਲ ਕਰੋ। ਤੁਹਾਡੇ ਬੱਚੇ ਸਕੂਲਾਂ 'ਚ ਜਾਂਦੇ ਨੇ, ਤੁਸੀਂ ਐਕਸਪੀਰੀਅੰਸ ਕੀਤੇ ਹੋਏ ਨੇ, ਯੂ ਹੈਵ ਐਕਸਪੀਰੀਅੰਸਡ ਯੂਰ ਕਿਡਸ ਗੋਇੰਗ ਟੂ ਸਕੂਲ ਹੀਅਰ, ਅਤੇ ਜਿਹੜੇ ਸਵਾਲ ਤੁਸੀਂ ਕਰਨੇ ਨੇ ਉਹ ਕਦੀ ਕਦੀ ਜਿਹੜੇ ਹੋਸਟ ਹੁੰਦੇ ਨੇ ਉਹਨਾਂ ਦੇ ਦਿਮਾਗ 'ਚ ਨਹੀਂ ਆਉਂਦੇ। ਸੋ ਵੀ ਰਿਕੁਐਸਟ ਕਿ ਤੁਹਾਡੇ ਵਾਂਗੂ ਹੋਰ ਵੀ ਕਾਲਰਸ ਕਾਲ ਕਰਨ ਅਤੇ ਸਵਾਲ ਪੁੱਛਣ, ਬਿਕੋਜ਼ ਦਿਸ ਇਜ਼ ਅ ਵੈਰੀ ਇੰਪੋਰਟੈਂਟ ਮੈਟਰ। Mr. Thind, do you have a response? ਹਾਂਜੀ ਬਿਲਕੁਲ ਜੀ। ਸੋ ਪਹਿਲਾਂ ਤਾਂ ਜੇ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹੈਗਾ ਵੀ ਆਪਾਂ ਇੰਡੀਆ ਦੇ ਵਿੱਚ ਜੋ ਐਜੂਕੇਸ਼ਨ ਸਿਸਟਮ ਹੈ, ਨਾ ਤਾਂ ਅਸੀਂ ਇੱਥੇ ਉਹ ਲੈ ਕੇ ਆਉਣਾ ਚਾਹੁੰਦੇ ਹਾਂ ਅਤੇ ਨਾ ਹੀ ਉਹ ਇੱਥੇ ਪ੍ਰਫੁੱਲਿਤ ਹੋ ਸਕਦਾ ਹੈਗਾ। ਸਾਡਾ ਜਿਹੜਾ ਇੱਥੋਂ ਦਾ ਐਜੂਕੇਸ਼ਨ ਸਿਸਟਮ ਹੈ, ਅਸੀਂ ਬੱਚਿਆਂ ਨੂੰ ਇਕੁਅਲ ਰਾਈਟਸ ਦੇਣਾ ਚਾਹੁੰਦੇ ਹਾਂ। ਉਹਨਾਂ ਨੂੰ ਫਰੀਡਮ ਆਫ ਸਪੀਚ ਚਾਹੀਦੀ ਆ, ਉਹਨਾਂ ਨੂੰ ਫਰੀਡਮ ਆਫ ਐਕਸਪ੍ਰੈਸ਼ਨ ਚਾਹੀਦਾ ਹੈਗਾ। ਉਸ ਦੇ ਨਾਲ ਹੀ ਅਸੀਂ ਉਹਨਾਂ ਦੀ ਪ੍ਰਾਈਵੇਸੀ ਦਾ ਵੀ ਉਲੰਘਣਾ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਹਾਂ ਵੀ ਉਹ ਆਪਣੀ ਪ੍ਰਾਈਵੇਸੀ ਨੂੰ ਆਪਣੇ ਤੱਕ ਰੱਖ ਕੇ ਹੀ ਜਿਹੜੀ ਐਜੂਕੇਸ਼ਨ ਲੈਣ, ਅਤੇ ਜਿਹੜੀ ਸਮਾਨਤਾ ਹੈਗੀ ਆ, ਕਾਮਨ ਜਿਹੜੀ ਜੋ ਵੀ ਆਪਣੇ ਕੰਸਰਨਸ ਹੈਗੇ ਆ ਜਾਂ ਅਸੀਂ ਕਹਿੰਦੇ ਥੀਮਸ ਹੈਗੇ ਆ, ਉਹ ਬਹੁਤ ਜ਼ਰੂਰੀ ਆ। ਇੰਡੀਆ ਦੇ ਵਿੱਚ ਸਾਡੇ ਧੱਕਾ ਬਹੁਤ ਚੱਲਦਾ, ਅਮੀਰੀ ਗਰੀਬੀ ਦਾ ਬਹੁਤ ਜ਼ਿਆਦਾ ਫਰਕ ਹੈਗਾ। ਇੱਥੇ ਸਾਡੇ ਪਬਲਿਕ ਐਜੂਕੇਸ਼ਨ ਦੇ ਵਿੱਚ ਸਭ ਇੱਕੋ ਹੀ ਲੈਵਲ 'ਤੇ ਹੈਗੇ ਆ। ਹਾਂ, ਮੈਂ ਆਪਣੇ ਬੱਚਿਆਂ ਨੂੰ ਕਿਉਂ ਯੂਨੀਫਾਰਮ ਵਾਲੇ ਸਕੂਲ ਵਿੱਚ ਭੇਜ ਸਕਿਆ, ਕਿਉਂਕਿ ਮੈਂ ਆਪਣੇ ਬੱਚਿਆਂ ਦੀ ਡੇ ਟੂ ਡੇ ਲਾਈਫ ਵਿੱਚ ਇਨਵੋਲਵ ਹੈਗਾ। ਕਿ ਤੁਸੀਂ ਹੈਗੇ ਹੋ, ਆਪਣੇ ਆਪ ਨੂੰ ਕੁਐਸਚਨ ਪੁੱਛੋ ਕਿ ਤੁਸੀਂ ਆਪਦੇ ਬੱਚਿਆਂ ਨੂੰ ਕੀ, ਜਦੋਂ ਉਹਨਾਂ ਨੇ ਐਲੀਮੈਂਟਰੀ ਵਿੱਚ ਜਾਣਾ ਹੈਗਾ, ਤੁਸੀਂ ਉਦੋਂ ਪਹਿਲਾਂ ਰਿਸਰਚ ਕੀਤੀ ਵੀ ਸਰੀ ਦੇ ਵਿੱਚ ਕੀ ਕੀ ਪ੍ਰੋਗਰਾਮਸ ਹੈਗੇ। ਤੁਸੀਂ ਟਰਾਈ ਕੀਤੀ ਵੀ ਅਸੀਂ ਇਹ ਰਿਸਰਚ ਜੇ ਆਪ ਨਹੀਂ ਕਰ ਸਕਦੇ ਜਾਂ ਕਿਸੇ ਇਹੋ ਜਿਹੇ ਬੰਦੇ ਕੋਲ ਜਾਈਏ ਜਿਹਨੂੰ ਇਸ ਚੀਜ਼ ਦੀ ਨੌਲੇਜ ਹੈ, ਜਿਹੜਾ ਸਾਨੂੰ ਐਜੂਕੇਟ ਕਰ ਸਕੇ। ਹਾਂ, ਜ਼ਰੂਰੀ ਨਹੀਂ ਵੀ ਸਾਨੂੰ ਅੰਗਰੇਜ਼ੀ ਆਉਂਦੀ ਆ ਤਾਂ ਹੀ ਅਸੀਂ ਉਹ ਪ੍ਰੋਗਰਾਮਾਂ ਬਾਰੇ ਜਾਣਕਾਰੀ ਲੈ ਸਕਦੇ। ਤੁਹਾਡੇ ਵਿੱਚ ਵਿਲਿੰਗਨੈਸ ਹੋਣੀ ਚਾਹੀਦੀ ਆ ਆਪਣੇ ਬੱਚੇ ਨੂੰ ਚੰਗੀ ਐਜੂਕੇਸ਼ਨ ਦੇਣ ਦੀ, ਚੰਗੀ ਸਿੱਖਿਆ ਦੇਣ ਦੀ, ਔਰ ਉਹਦੀ ਸ਼ੁਰੂਆਤ ਘਰਾਂ ਦੇ ਵਿੱਚੋਂ ਹੁੰਦੀ ਹੈਗੀ ਆ। ਜੇ ਤੁਸੀਂ ਘਰ ਦੇ ਵਿੱਚ ਡੇ ਟੂ ਡੇ ਲਾਈਫ ਦੇ ਵਿੱਚ ਆਪਣੇ ਬੱਚੇ ਨਾਲ ਇਨਵੋਲਵ ਹੈਗੇ ਹੋ, ਤੁਸੀਂ ਆਪਣੇ ਬੱਚੇ ਲਈ ਚੰਗਾ ਰੋਲ ਮਾਡਲ ਬਣ ਸਕਦੇ ਹੋ। ਤੁਸੀਂ ਉਹਦੇ ਜਿਹੜੀ ਐਜੂਕੇਸ਼ਨ ਅਤੇ ਉਹਦੇ ਚੰਗੇ ਇੱਕ ਇਨਸਾਨ ਬਣਨ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ। ਬੱਚਿਆਂ ਨੂੰ ਜਦੋਂ ਸਕੂਲੋਂ ਆਉਂਦੇ ਆ, ਕਿ ਤੁਸੀਂ ਪੁੱਛਦੇ ਹੋ ਵੀ ਤੈਨੂੰ ਕਿਸੇ ਨੇ ਬੁੱਲੀ ਕੀਤਾ ਸਕੂਲ ਦੇ ਵਿੱਚ, ਜਾਂ ਤੂੰ ਕਿਸੇ ਨੂੰ ਬੁੱਲੀ ਕੀਤਾ? ਮੇਰਾ ਪਹਿਲਾ ਸਵਾਲ ਇਹੀ ਹੁੰਦਾ ਆਪਣੇ ਬੱਚਿਆਂ ਨੂੰ ਵੀ ਤੂੰ ਅੱਜ ਬਈ ਕਿਸੇ ਨੂੰ ਬੁੱਲੀ ਤਾਂ ਨਹੀਂ ਕੀਤਾ ਸਕੂਲ ਦੇ ਵਿੱਚ? ਫਿਰ ਮੈਂ ਪੁੱਛਦਾ ਵੀ ਤੈਨੂੰ ਤਾਂ ਨਹੀਂ ਕੋਈ ਬੁੱਲੀ ਕਰ ਰਿਹਾ? ਕਿਉਂਕਿ
ਜਿਹੜੀ ਇਹਨਾਂ ਨੇ ਸੈਕਸ ਐਜੂਕੇਸ਼ਨ ਦੀ ਗੱਲ ਕੀਤੀ, ਸੈਕਿੰਡ ਸਵਾਲ ਇਹਨਾਂ ਦਾ ਇਹ ਸੀਗਾ, ਮੈਂ ਉਹਦੇ ਤੇ ਬਹੁਤ ਹੀ ਟਿੱਪਣੀ ਨਹੀਂ ਦੇਣਾ ਚਾਹੁੰਦਾ ਕਿਉਂਕਿ ਉਹ ਪ੍ਰੋਵਿੰਸ਼ੀਅਲ ਮੈਟਰ ਹੈਗਾ। ਪ੍ਰੋਵਿੰਸ ਨੇ, ਸੂਬਾ ਸਰਕਾਰ ਨੇ ਉਹਨੂੰ ਲਾਗੂ ਕੀਤਾ ਹੈਗਾ, ਉਹਦੇ ਵਿੱਚ ਸਕੂਲ ਡਿਸਟ੍ਰਿਕਟ ਕੁਛ ਨਹੀਂ ਕਰ ਸਕਦੇ ਹੈਗੇ। ਹਾਂ, ਪਰ ਮੈਂ ਉਹਦੇ ਨਾਲ ਸਹਿਮਤ ਹੈਗਾ। ਉਹਦਾ ਰੀਜ਼ਨ ਇਹ ਹੈਗਾ, ਜਿਹੜੇ ਟਰਾਂਸਜੈਂਡਰ ਬੱਚੇ ਹੈਗੇ ਇੱਥੇ, ਮੈਂ ਐਗਜ਼ਾਮਪਲ ਦੇ ਰਿਹਾ, ਔਰ ਮੈਂ ਸਾਰੇ ਹੀ ਬੱਚਿਆਂ ਦੀ ਉਹਦੇ ਵਿੱਚ ਜਿੰਨੇ ਵੀ ਬੱਚੇ ਜਿਹੜੇ ਡਿਫਰੈਂਟ ਹੈਗੇ ਆ, ਹੈ ਨਾ, ਉਹ ਸਾਰਿਆਂ ਦੇ ਹੱਕ ਦੇ ਵਿੱਚ ਆ। ਉਹਦਾ ਰੀਜ਼ਨ ਇਹ ਹੈਗਾ ਵੀ ਲੈਟਸ ਸੇ ਵੀ ਟਰਾਂਸਜੈਂਡਰ ਕੋਈ ਬੱਚਾ ਹੈਗਾ, ਉਹਨੂੰ ਇੰਨੀ ਕੁ ਜ਼ਿਆਦਾ ਬੁਲੀ ਹੁੰਦੀ ਹੈ ਸਕੂਲ ਦੇ ਵਿੱਚ। ਇੰਡੀਆ ਦੇ ਵਿੱਚ ਸਿਸਟਮ ਹੋਰ ਸੀਗਾ। ਇੰਡੀਆ ਦੇ ਵਿੱਚ ਟਰਾਂਸਜੈਂਡਰ ਨੂੰ ਪਹਿਲਾਂ ਹੀ ਖੁਸਰੇ ਆਂਦੇ ਚੱਕ ਕੇ ਲੈ ਜਾਂਦੇ ਆ। ਦੇ ਗਰੋ ਅਪ ਵਿਦ ਦੈਮ, ਦੇ ਆਰ ਨਾਟ ਪਾਰਟ ਆਫ ਦੀ ਸੋਸਾਇਟੀ। ਉਹ ਹਿੱਸਾ ਹੀ ਨਹੀਂ ਹੈਗੇ ਸਾਡੀ ਸੋਸਾਇਟੀ ਦਾ, ਹੈ ਨਾ। ਉਹਨਾਂ ਦਾ ਕੰਮ ਕੀ ਆ, ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਆ ਗਿਆ, ਉਹ ਆ ਕੇ ਨੱਚ ਕੇ ਪੈਸੇ, which is a very sad situation। acceptance ਨਹੀਂ ਹੈ ਉੱਥੇ, acceptance ਨਹੀਂ ਹੈਗੀ। ਇੱਥੇ ਅਸੀਂ ਚਾਹੁੰਦੇ ਹਾਂ ਬੱਚਾ ਨੂੰ ਰੱਬ ਨੇ ਪੈਦਾ ਕੀਤਾ, ਕਿਸੇ ਵੀ ਰੂਪ ਦੇ ਵਿੱਚ ਪੈਦਾ ਕੀਤਾ ਉਹਨੂੰ, ਉਹ ਰੱਬ ਦੀ ਉਹਨਾਂ ਦੀ ਰਜਾ ਸੀਗੀ ਵੀ ਉਹਨੂੰ ਪੈਦਾ ਕਰਤਾ। ਉਹਨੂੰ ਅਸੀਂ ਸੁਸਾਇਟੀ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਨਸਲ ਦੇ ਤੌਰ 'ਤੇ, ਰੰਗ ਦੇ ਤੌਰ 'ਤੇ, ਜਾਂ ਕਿਸੇ ਵੀ ਉਹਦੇ ਸੈਕਸ਼ੁਅਲਿਟੀ ਦੇ ਤੌਰ 'ਤੇ ਉਹਦੇ ਨਾਲ ਕੋਈ ਵੀ ਭੇਦਭਾਵ ਹੋਵੇ। ਇਸ ਲਈ ਅਸੀਂ ਉਹ ਜਿਹੜੀ ਸਿੱਖਿਆ ਹੈਗੀ ਆ ਉਹ ਅਰਲੀ ਸਟੇਜਿਸ ਦੇ ਵਿੱਚ ਬੱਚਿਆਂ ਨੂੰ ਦਿੰਦੇ ਹਾਂ, ਤਾਂ ਉਹ ਬੱਚੇ ਜਿਹੜੇ ਇਹ ਆਪਦੀ ਸੋਚ ਡਿਵੈਲਪ ਕਰ ਸਕਣ ਵੀ ਇਹ ਸਾਰੇ ਸਾਡੇ ਵਰਗੇ ਹੀ ਹੈ, ਵੀ ਇਹ ਸਾਡੇ ਤੋਂ ਡਿਫਰੈਂਟ ਨਹੀਂ ਹੈਗੇ, ਜੁਦਾ ਨਹੀਂ ਹੈਗੇ। ਸੋ ਉਹਦੇ ਉੱਤੇ ਜਿਹੜਾ ਬਹੁਤਾ ਕੰਮ, ਹਲੇ ਵੀ ਬਹੁਤ ਕੰਮ ਹੋਣ ਦੀ ਲੋੜ ਹੈਗੀ ਆ। ਹਲੇ ਵੀ ਕਾਫੀ ਜ਼ਿਆਦਾ ਮਾਪੇ, ਇਹਨਾਂ ਨੇ ਤਾਂ ਆਪਣੀ ਕਮਿਊਨਿਟੀ ਦੀ ਗੱਲ ਕੀਤੀ, ਮੇਨ ਸਟਰੀਮ ਕਮਿਊਨਿਟੀ ਦੇ ਵਿੱਚ ਮੈਨੂੰ ਈਮੇਲ ਆਉਂਦੀਆਂ ਹੈਗੀਆਂ ਵੀ ਜਿਹੜੇ ਇਹਦੇ ਫੇਵਰ ਦੇ ਵਿੱਚ ਨਹੀਂ ਹੈਗੇ, ਹੈ ਨਾ। ਸੋ ਪਰ ਉਹਦੇ ਉੱਤੇ ਹਲੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ ਜੇ ਅਸੀਂ ਸਕੂਲਾਂ ਦੇ ਵਿੱਚੋਂ ਬੁਲੀ ਨੂੰ ਖਤਮ ਕਰਨਾ ਹੈ। ਵੈਰੀ ਟਰੂ। ਹਰਜੀਤ ਧਾਲੀਵਾਲ ਜੀ ਦਾ ਕਾਲ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਤੇ ਗੈਰੀ ਥਿੰਦ ਹੋਣਾ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਨੇ ਸੈਨਿਕ ਸਕੂਲ ਨੂੰ ਤੋਂ ਸਿੱਖਿਆ ਲੈ ਕੇ ਉਹਦੇ ਤੇ ਉਹਨੂੰ ਔਕਾਤ ਆਪਣੀ ਅੱਗੇ ਤੱਕ ਲੈ ਕੇ ਆਏ ਨੇ। ਮੈਂ ਸੁਣ ਕੇ ਬਹੁਤ ਹੈਪੀ ਹਾਂ। ਹੁਣ ਇਹਨਾਂ ਨੂੰ ਪਤਾ ਲੱਗ ਗਿਆ ਹੋਣਾ ਮੈਂ ਮਿਸਿਸ ਧਾਲੀਵਾਲ, ਹਾਂਜੀ ਕਮੇਟੀ ਸਾਹਿਬ। ਹਾਂਜੀ ਹਾਂਜੀ, ਮਿਹਰਬਾਨੀ ਜੀ। ਮੈਨੂੰ ਆਪਣਾ ਸੁਣ ਕੇ ਤੁਹਾਡਾ ਬਹੁਤ ਖੁਸ਼ੀ ਹੋਈ ਆ, ਔਰ ਇਸ ਡਿਵੈਲਪਮੈਂਟ ਬਾਰੇ ਬਹੁਤ ਜ਼ਿਆਦਾ ਮਤਲਬ ਮਾਣ ਪ੍ਰਾਪਤ ਹੋਇਆ। ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਫਸਟ ਲੈਂਗੁਏਜ ਦੇ ਨਾਲ ਆਪਣੀ ਮਦਰ ਟੰਗ ਲੈਂਗੁਏਜ ਜਿਹੜੀ ਆ ਉਹ ਜ਼ਰੂਰੀ ਹੋਵੇ ਤਾਂ ਉਹ ਜ਼ਿਆਦਾ ਐਫੀਸ਼ੀਐਂਟ ਹੋ ਜਾਂਦਾ। ਇਹ ਬਿਲਕੁਲ ਠੀਕ ਆ। ਜਿਹੜਾ ਆਪਣੇ ਵਿਚਾਰ ਆਪਣੀ ਮਾਂ ਬੋਲੀ ਵਿੱਚ ਐਕਸਪ੍ਰੈਸ ਹੁੰਦੇ ਆ, ਉਹ ਦੂਸਰੀ ਲੈਂਗੁਏਜ ਵਿੱਚ ਈਜ਼ੀਲੀ ਉਹ ਅੱਗੇ ਡਿਸਟਰੀਬਿਊਟ ਵੀ ਕੀਤੇ ਜਾਂਦੇ ਆ ਔਰ ਅੰਡਰਸਟੈਂਡ ਵੀ। ਦੂਸਰਾ ਹੈ ਯੂਨੀਫਾਰਮ ਦੇ ਹੀ ਵੀ ਬਰਾਬਰਤਾ, ਇਕੁਐਲਿਟੀ। ਕੋਈ ਉੱਚੇ ਨੀਵੇਂ ਤੇ ਦੀ ਭਾਵਨਾ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਵੀ ਮਤਲਬ ਬੱਚਿਆਂ ਦਾ ਐਜੂਕੇਸ਼ਨ ਵੱਲ ਹੀ ਧਿਆਨ ਜ਼ਿਆਦਾ ਹੁੰਦਾ ਕਿ ਸਾਰੇ ਸੇਮ ਆ। ਬਿਲਕੁਲ ਜੀ। ਨੰਬਰ 3 ਜਿਹੜਾ ਹੈ ਆ ਇਹਨਾਂ ਦਾ ਬੱਚਿਆਂ ਦੀ, ਜਿਹੜਾ ਤੁਸੀਂ ਸਿਗਰਟ ਨੋਸ਼ੀ ਦਾ ਪੁਆਇੰਟ ਲਿਆ, ਉਹ ਤਾਂ ਸਾਰਿਆਂ ਵਾਸਤੇ ਸੋਨੇ ਤੇ ਸੁਹਾਗਾ ਆ। ਬਹੁਤ ਉਹਦੀ ਜ਼ਰੂਰਤ ਆ। ਤੇ ਅੱਗੇ ਜਿਹੜੇ ਬੁੱਲੀ ਕਰਦੇ ਨੇ ਬੱਚੇ ਆਪਸ ਵਿੱਚ, ਇਹ ਕਰਦੇ ਨੇ, ਇਹ ਤਾਂ ਬਹੁਤ ਰਿਵਾਜ ਆ ਹਰ ਜਗ੍ਹਾ। ਪਰ ਇਹਦੇ ਵਿੱਚ ਮੋਰਲ ਐਜੂਕੇਸ਼ਨ ਘਰੋਂ ਔਰ ਸਕੂਲ ਜ਼ਰੂਰ ਹੋਣੀ ਚਾਹੀਦੀ ਹੈ। ਇਹਦਾ ਵੀ 5-10 ਮਿੰਟ ਬੱਚਿਆਂ ਨੂੰ ਪਰੇਡ ਟਾਈਮ ਜਾਂ ਉੱਦਾਂ ਇਹ ਮੋਰਲ ਐਜੂਕੇਸ਼ਨ ਦੇਣੀ ਬਹੁਤ ਜ਼ਰੂਰੀ ਆ। ਕਿਸੇ ਦੇ ਪੱਲੇ ਘੱਟ ਪਏ ਜਾਂ ਵੱਧ ਪਏ। ਓਕੇ ਬੇਟਾ ਜੀ, ਥੈਂਕ ਯੂ ਜੀ। ਆਈ ਐਮ ਵੈਰੀ ਹੈਪੀ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ ਧਾਲੀਵਾਲ ਜੀ। ਬਾਏ ਜੀ। ਮਿਸਿਸ ਧਾਲੀਵਾਲ ਬਹੁਤ ਹੀ ਸਾਡੇ ਸਤਿਕਾਰਯੋਗ ਹੈਗੇ ਜੀ। ਪੈਰੀ ਪੈਨ ਆਂਟੀ ਜੀ ਪਹਿਲਾਂ ਤਾਂ। ਤੇ ਕੀ ਆ, ਜਿਸ ਤਰ੍ਹਾਂ ਅੱਗੇ ਵੀ ਇੱਕ ਤੁਹਾਡੇ ਕਾਲਰ ਕਹਿ ਕੇ ਗਏ ਸੀ, ਅਸੀਂ ਆਪਣੀ ਡੇ ਟੂ ਡੇ ਲਾਈਫ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੈਗੇ ਆ। ਮਾਂ ਪਿਓ ਦੋਨੋਂ ਹੀ ਕੰਮਾਂ 'ਤੇ ਜਾ ਰਹੇ ਆ। ਬੱਚਿਆਂ ਨੂੰ ਅਸੀਂ ਜਾਂ ਤਾਂ ਡੇ ਕੇਅਰਸ ਵਿੱਚ ਛੱਡ ਦਿੰਦੇ ਹਾਂ, ਜਾਂ ਅਸੀਂ ਉਹ ਨਾਲ ਬਹੁਤਾ ਧਿਆਨ ਨਹੀਂ, ਜਾਂ ਸਿਬਲਿੰਗ ਉਹਨਾਂ ਦੇ ਵੱਡੇ ਜਿਹੜੇ ਬੱਚੇ ਹੈਗੇ ਉਹ ਟੇਕ ਕੇਅਰ ਕਰ ਰਹੇ ਹੈਗੇ।
ਮੈਂ ਆਪਣੀ ਐਗਜ਼ਾਮਪਲ ਦਿੰਦਾ, ਐਜੂਕੇਟਿਡ ਆ, ਮੈਂ ਇੰਜੀਨੀਅਰਿੰਗ ਕੀਤੀ ਆ ਬੈਂਗਲੌਰ ਤੋਂ, ਸਕੂਲਿੰਗ ਜਿਹੜੀ ਚਲੋ ਆਰਮੀ ਸਕੂਲ ਤੋਂ ਪੜ੍ਹੀ, ਪਰ ਮੇਰੀ ਜਿਹੜੀ ਵਾਈਫ ਇੱਕ ਬਹੁਤ ਹੀ ਚੰਗੀ ਜੌਬ ਕਰ ਰਹੀ ਸੀ ਕਿ ਜਦੋਂ ਸਾਡਾ ਫਸਟ ਚਾਈਲਡ ਬੋਰਨ ਹੋਇਆ, ਸਾਡੀ ਬੇਟੀ ਬੋਰਨ ਹੋਈ ਹੈ, ਹਾਂਜੀ, ਉਹਦੀ ਮੈਂ ਜੌਬ ਛੁਡਵਾ ਕੇ ਉਹਨੂੰ ਮੈਂ ਕਿਹਾ ਤੂੰ ਘਰੇ ਇਹਦੀ ਟੇਕ ਕੇਅਰ ਕਰ, ਰਾਈਟ, ਨਾਟ ਵੈਨ ਸ਼ੀ ਇਜ਼ ਗੋਇੰਗ ਟੂ ਸਕੂਲ, ਫਰੋਮ ਡੇ 1, ਹਾਂਜੀ, ਕਿਉਂਕਿ ਮੈਂ ਨਹੀਂ ਚਾਹੁੰਦਾ, ਮੈਨੂੰ ਸੀਗਾ ਆਪਣੇ ਆਪ ਉੱਤੇ ਕੌਨਫੀਡੈਂਸ ਵੀ ਮੈਂ ਘਰ ਰਨ ਕਰ ਲਾਂਗਾ ਆਪਣੀ ਇਕੱਲੇ ਦੀ ਇਨਕਮ ਦੇ ਨਾਲ, ਰਾਈਟ। ਸੋ ਮੈਂ ਉਹਨੂੰ ਕਿਹਾ ਵੀ ਤੂੰ ਆਹ ਜੌਬ ਨਹੀਂ ਕਰਨੀ ਹੈਗੀ, ਯੂ ਟੇਕ ਕੇਅਰ ਆਫ ਦ ਕਿਡਸ। ਔਰ ਉਸ ਤੋਂ ਬਾਅਦ ਉਹਨੇ ਕੀਤੀ ਵੀ, ਉਹਨੇ ਹੋਮ ਬੇਸਡ ਬਿਜ਼ਨਸ ਸਟਾਰਟ ਕਰ ਲਿਆ ਸਾਡੇ ਸੈਕਿੰਡ ਬੇਬੀ ਤੋਂ ਬਾਅਦ। ਥਰਡ ਦੇ ਵਿੱਚ ਵੀ ਉਹ ਘਰੋਂ ਹੀ ਕੰਮ ਕਰ ਰਹੇ ਸੀਗੇ, ਵਿਚ ਇਜ਼ ਵੈਰੀ ਇੰਟਰਸਟਿੰਗ ਮਿਸਟਰ ਥਿੰਨ, ਬਿਕਾਜ਼ ਜਦ ਕੋਈ ਥੋੜ੍ਹਾ ਜਿਹਾ ਮੈਂ ਡਾਇਵਰਟ ਹੋ ਜਾਂਦੀ ਹਾਂ ਟੌਪਿਕ ਤੋਂ, ਜਦ ਕੋਈ ਐਜ਼ ਅ ਗਰਲ, ਐਜ਼ ਅ ਫੀਮੇਲ ਤੁਸੀਂ ਆਪਣਾ ਕਰੀਅਰ ਬਣਾ ਰਹੇ ਹੋ, ਅਤੇ ਫਿਰ ਤੁਹਾਨੂੰ ਛੱਡਣਾ ਪੈਂਦਾ ਵੈਨ ਯੂ ਹੈਵ ਅ ਕਿਡ, ਅਤੇ ਉਹ ਕਈ ਵਾਰੀ ਤੁਸੀਂ ਖੁਦ ਛੱਡਣਾ ਚਾਹੁੰਦੇ ਹੋ ਬਿਕਾਜ਼ ਤੁਸੀਂ ਫੈਮਿਲੀ ਰਨ ਕਰਨਾ ਚਾਹੁੰਦੇ ਹੋ, ਯੂ ਵਾਂਟ ਦੈਟ ਫॉर yourself, ਪਰ ਕਈ ਵਾਰੀ ਇਹ ਨਹੀਂ ਹੁੰਦਾ। ਪਰ ਇਨ ਯੋਰ ਕੇਸ ਵਾਜ਼ ਇਟ ਅ ਵਿਲਿੰਗ ਡਿਸੀਜਨ ਫਰੋਮ ਯੋਰ ਵਾਈਫ? ਐਬਸੋਲੂਟਲੀ, ਮੈਂ ਬਹੁਤ ਹੀ ਆਪਣੇ ਆਪ ਨੂੰ ਲੱਕੀ ਮਹਿਸੂਸ ਕਰਦਾ ਵੀ ਮੈਨੂੰ ਇੱਕ ਬਹੁਤ ਹੀ ਚੰਗਾ ਜੀਵਨ ਸਾਥੀ ਮਿਲਿਆ। ਹਾਂਜੀ, ਮੋਸਟਲੀ ਪੁਆਇੰਟਸ ਦੇ ਉੱਤੇ ਸਾਡੀ ਰਜਾਮੰਦੀ ਹੁੰਦੀ ਆ, ਦੈਟਸ ਗੁੱਡ, ਜਿਹੜਾ ਕਿ ਬਹੁਤਾ ਨਾਰਮਲ ਨਹੀਂ ਹੈਗਾ ਹਸਬੈਂਡ ਵਾਈਫ ਦੇ ਵਿੱਚ, ਪਰ ਆਈ ਫੀਲ ਮਾਈ ਸੈਲਫ ਵੈਰੀ ਲੱਕੀ, ਤੇ ਉਹਨਾਂ ਦੀ ਸਹਿਮਤੀ ਸੀਗੀ ਵੀ ਮੈਂ ਠੀਕ ਹੈ, ਦੈਟਸ ਇੰਪੋਰਟੈਂਟ, ਮੈਂ ਇਹ ਕੁਇਟ ਕਰ ਦਿੰਦੀ ਹਾਂ ਜੌਬ, ਆਲ ਟੇਕ ਕੇਅਰ ਆਫ ਦ ਬੇਬੀ, ਅਤੇ ਜਦੋਂ ਇਹ ਥੋੜ੍ਹੀ ਜਿਹੀ ਇਹਨੇ ਹੋਸ਼ ਸੰਭਾਲੀ ਤਾਂ ਮੈਂ ਇਹੋ ਜਿਹਾ ਕੋਈ ਕੰਮ ਕਰ ਲਾਂਗੀ ਜਿਹੜਾ ਮੈਂ ਘਰੋਂ। ਸੋ ਸ਼ੀ ਓਪਨਡ ਅਪ ਅ ਡੇ ਸਪਾ ਆਫਟਰ ਕਪਲ ਈਅਰਸ, ਅਤੇ ਹੋਮ ਬੇਸਡ ਬਿਜ਼ਨਸ ਸੀਗਾ, ਸ਼ੀ ਡਿਡ ਵੈਲ ਇਨ ਦੈਟ। ਹਾਂਜੀ, ਅਤੇ ਹੁਣ ਬੱਚੇ ਜਦੋਂ ਥੋੜ੍ਹੇ ਜਿਹੇ ਸਿਆਣੇ ਹੋ ਗਏ ਆ ਤਾਂ ਸ਼ੀ ਇਜ਼ ਹੈਲਪਿੰਗ, ਸ਼ੀ ਹੈਜ਼ ਹਰ ਓਨ ਬਿਜ਼ਨਸ ਨਾਓ, ਐਂਟਰਪ੍ਰੇਨਰ ਹੈਗੀ ਆ ਉਹ, ਸ਼ੀ ਇਜ਼ ਲਿਵਿੰਗ ਹਰ ਡਰੀਮਸ ਨਾਓ। ਹਾਂਜੀ, ਸੋ ਬੱਚਿਆਂ ਨੂੰ ਜਿਹੜੀ ਅਗੇਨ ਜਿਹੜੀ ਮੁੱਢਲੀ ਜਿਹੜੀ ਸਿੱਖਿਆ ਹੈਗੀ ਆ ਤੁਸੀਂ ਘਰਾਂ 'ਚੋਂ ਦੇਣੀ ਹੈਗੀ ਆ। ਸੋ ਮੇਰੇ ਬੱਚੇ, ਜਿਵੇਂ ਮੇਰੀ ਗੁੜੀਆ ਕੱਲ੍ਹ ਉਹ ਕਿਤੇ ਪਾਰਟੀ 'ਤੇ ਉਹਨੇ ਬਰਥਡੇ ਪਾਰਟੀ 'ਤੇ ਜਾਣਾ ਸੀਗਾ, ਦ ਮੋਮੈਂਟ ਸ਼ੀ ਲੈਫਟ ਆਈ ਹਰਡ ਮਾਈ ਵਾਈਫ ਸੇਇੰਗ ਵੀ ਡੋਂਟ ਡੂ ਐਨੀਥਿੰਗ ਦੈਟ ਵਿਲ ਪੁੱਟ ਯੂਰ ਡੈਡ ਐਂਡ ਮੀ ਡਾਊਨ। ਹਾਂਜੀ, ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਲੈਸਨ ਹੈਗਾ ਜਦੋਂ ਤੁਹਾਡੇ ਬੱਚੇ ਘਰੋਂ ਬਾਹਰ ਸਟੈਪ ਆਊਟ ਕਰਦੇ ਹੈਗੇ ਆ, ਕਿ ਤੁਸੀਂ ਉਹਨਾਂ ਨੂੰ ਯਾਦ ਕਰਾਉਂਦੇ ਹੋ ਕਿ ਉਹ ਤੁਹਾਡੀ ਇਮੇਜ ਨੂੰ ਬਾਹਰ ਲੈ ਕੇ ਜਾ ਰਹੇ ਆ, ਤਾਂ ਉਹ ਕੋਈ ਵੀ ਇਹੋ ਜਿਹਾ ਕੰਮ ਨਾ ਕਰਨ ਜਿਹਦਾ ਸਿੱਧਾ ਜਾਂ ਸਿੱਧੇ ਤੌਰ 'ਤੇ ਤੁਹਾਡੇ 'ਤੇ ਉਹਦਾ ਅਸਰ ਪਵੇ। ਸੋ ਅਗੇਨ ਬੱਚਿਆਂ ਨੂੰ ਜੋ ਤੁਸੀਂ ਸਿੱਖਿਆ ਘਰ ਦੇ ਵਿੱਚ ਦੇ ਸਕਦੇ ਹੋ ਸਕਦਾ ਉਨੀ ਜ਼ਿਆਦਾ ਜਿਹੜੀ ਸਿੱਖਿਆ ਹੈਗੀ ਆ ਉਹ ਉਹਦੇ ਟੀਚਰਸ ਜਾਂ ਹੋਰ ਜਿਹੜੇ ਸਕੂਲ ਦੇ ਜਿਹੜਾ ਐਡਮਿਨਿਸਟ੍ਰੇਟਰ ਉਹ ਨਾ ਦੇ ਸਕਣ। ਘਰੋਂ ਕੰਮ ਸਟਾਰਟ ਹੁੰਦਾ ਹੈਗਾ। ਜੇ ਘਰਾਂ ਦੇ ਵਿੱਚ ਅਸੀਂ ਬੱਚਿਆਂ ਨਾਲ ਕੋਈ ਇਨਵੋਲਵਮੈਂਟ ਨਹੀਂ ਰੱਖਦੇ, ਬੱਚੇ ਆਪਦੀਆਂ ਗੇਮਾਂ ਵਿੱਚ ਬਿਜ਼ੀ ਜਾਂ ਰੂਮ ਦੇ ਵਿੱਚ ਲੌਕ ਹੋ ਜਾਂਦੇ ਆ, ਕੋਈ ਤੁਹਾਡਾ ਉਹਨਾਂ ਨਾਲ ਡਾਇਲੋਗ ਨਹੀਂ ਹੈਗਾ, ਰੋਟੀ ਪਾਣੀ ਦੇ ਟਾਈਮ ਉਹਨੇ ਆਉਣਾ, ਆਪਦਾ ਖਾਣਾ ਲੈ ਕੇ ਫਿਰ ਰੂਮ 'ਚ ਵੜ ਜਾਣਾ ਹੈਗਾ, ਗੇਮਾਂ ਖੇਡ ਰਹੇ ਆ, ਕੰਪਿਊਟਰ 'ਤੇ ਖੇਡ ਰਹੇ, ਤੁਹਾਡੇ ਨਾਲ ਕੋਈ ਗੱਲਬਾਤ ਨਹੀਂ, ਕੋਈ ਡਾਇਲੋਗ ਡਿਸਕਸ਼ਨ ਨਹੀਂ ਹੈਗਾ, ਤੁਸੀਂ ਕਿੱਦਾਂ ਐਕਸਪੈਕਟ ਕਰਦੇ ਵੀ ਬੱਚੇ ਤੁਹਾਡੀ ਗੱਲ ਸੁਣਨ ਜਾਂ ਪੰਜਾਬੀ ਬੋਲਣ? ਜ਼ਰੂਰ। ਅਤੇ ਇਹ ਜਿਹੜਾ ਫੇਜ਼ ਹੈਗਾ ਹਰ ਬੱਚੇ ਦੀ ਲਾਈਫ 'ਚ ਆਉਂਦਾ ਹੈ ਜੀ, ਟੀਨਏਜ ਈਅਰਸ, ਜਿਹਦੇ ਵਿੱਚ ਤੁਸੀਂ ਰਿਬੈਲੀਅਸ ਹੋ ਜਾਂਦੇ ਹੋ, ਅਤੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਸਕੂਲਿੰਗ ਸਿਸਟਮ, ਟੀਚਰਸ ਐਂਡ ਪੇਰੈਂਟਸ ਐਜ਼ ਅ ਟੀਮ, ਹਾਊ ਕੈਨ ਵੀ ਬੀ ਦੇਅਰ ਫॉर ਆਰ ਕਿਡਸ, ਅਤੇ ਉਹਦੀ ਕੀ ਆਊਟਪੁੱਟ ਹੋਏਗੀ। ਪਰ ਇੰਨਾ ਜ਼ਰੂਰ ਕਹਿ ਸਕਦਾ ਵੀ ਇਹ ਬਹੁਤ ਹੀ ਜ਼ਿਆਦਾ ਸੀਰੀਅਸ ਇਸ਼ੂ ਬਣ ਗਿਆ ਸਾਡੇ ਲਈ ਵੀ, ਪੇਰੈਂਟਸ ਲਈ ਵੀ ਅਤੇ ਸਟਾਫ ਲਈ ਵੀ, ਔਰ ਇਹਦੇ 'ਤੇ ਕੰਮ ਹੋਣਾ ਜ਼ਰੂਰੀ ਸੀਗਾ, ਔਰ ਹੁਣ ਬਹੁਤ ਹੀ ਸੀਰੀਅਸ ਤਰੀਕੇ ਨਾਲ ਇਹਦੇ 'ਤੇ ਕੰਮ ਹੋ ਰਿਹਾ ਹੈ। ਚਲੋ, ਗੁੱਡ ਟੂ ਨੋ। 3000 ਜਿਹੜੇ ਵੇਪਿੰਗ ਡਿਵਾਈਸਿਸ ਅਸੀਂ ਸੀਜ਼ ਕੀਤੇ ਆ ਇੱਕ ਸਾਲ ਦੇ ਵਿੱਚ, 3000 ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਬੱਚਿਆਂ ਕੋਲੋਂ। ਕਈ ਵਾਰੀ ਤਾਂ ਪੇਰੈਂਟ ਇਹੋ ਜਿਹੇ ਹੁੰਦੇ ਆ ਕੇ ਕਹਿੰਦੇ ਵੀ ਸਾਡਾ ਬੱਚੇ ਦਾ ਵੇਪਿੰਗ ਡਿਵਾਈਸ ਵਾਪਸ ਮੋੜੋ, ਉਹ ਸਾਨੂੰ ਮੋੜਨਾ ਪੈਂਦਾ। ਕਈ ਪੇਰੈਂਟ ਇਹੋ ਜਿਹੇ ਹੁੰਦੇ ਹੈਗੇ ਜਿਹੜੇ ਕਹਿੰਦੇ ਵੀ ਓਕੇ ਇਹਨੇ ਆਪ ਨਹੀਂ ਲਿਆਂਦਾ, ਇਹਨੂੰ ਫੋਰਸੇਬਲੀ ਕਿਸੇ ਨੇ ਦਿੱਤਾ ਹੈਗਾ। ਕਈ ਪੇਰੈਂਟ ਇਹ ਕਹਿੰਦੇ ਆ ਵੀ ਸਾਡੇ ਬੱਚੇ ਨੂੰ ਬੁਲੀ ਕਰਕੇ ਵੇਪਿੰਗ ਵਾਲੇ ਪਾਸੇ ਲਾਇਆ ਜਾ ਰਿਹਾ ਹੈਗਾ। ਸੋ ਅੱਡ ਤਰ੍ਹਾਂ ਦੀਆਂ ਕੰਪਲੇਂਟਸ ਆਉਂਦੀਆਂ ਹੈਗੀਆਂ, ਮਾਪਿਆਂ ਵੱਲੋਂ ਵੀ, ਸਟੂਡੈਂਟਸ ਵੱਲੋਂ ਵੀ, ਡਿਫਰੈਂਟ ਐਕਸਕਿਊਜ਼ਿਸ ਬਣਾਏ ਜਾਂਦੇ ਆ, ਹੈ ਨਾ। ਕਈ ਵਾਰੀ ਆਪਾਂ ਟੂ ਇਮੋਸ਼ਨਲ ਹੋ ਕੇ ਬੱਚਿਆਂ ਦੀ ਆਪਣੀ ਗੱਲ ਵੱਲ ਜ਼ਿਆਦਾ ਯਕੀਨ ਕਰਦੇ ਆ, ਟੀਚਰ ਦੀ ਜਾਂ ਐਡਮਿਨਿਸਟ੍ਰੇਸ਼ਨ ਦੀ ਗੱਲ 'ਤੇ ਅਸੀਂ ਵਿਸ਼ਵਾਸ ਨਹੀਂ ਕਰਦੇ। ਉਹ ਹਮੇਸ਼ਾ ਗਲਤ ਨਹੀਂ ਹੁੰਦੇ ਹੈਗੇ। ਸੋ ਕਈ ਵਾਰੀ ਸਾਨੂੰ ਆਊਟ ਆਫ ਦਾ ਬਾਕਸ ਸੋਚਣਾ ਪੈਣਾ ਵੀ ਕੀ ਇਹ ਮੈਨੂੰ ਮੇਰਾ ਬੱਚਾ ਜਾਂ ਬੱਚੀ ਉਹ ਤਾਂ ਨਹੀਂ ਫੂਲ ਬਣਾ ਰਹੇ ਹੈਗੇ,
ਤਾਂ ਕੀ ਮੈਨੂੰ ਇਹਦੇ 'ਤੇ ਹੋਰ ਧਿਆਨ ਦੇਣ ਦੀ ਲੋੜ ਹੈਗੀ ਆ। ਸੋ ਕਈ ਵਾਰੀ ਪੇਰੈਂਟਸ ਵੀ ਇਮੋਸ਼ਨਲੀ ਡਿਸੀਜਨ ਬਣਾ ਲੈਂਦੇ ਆ। ਸੋ ਮੇਰੀ ਇਹੀ ਰਿਕੁਐਸਟ ਆ ਸਾਰਿਆਂ ਨੂੰ ਵੀ ਪਹਿਲਾਂ ਉਹਦੇ 'ਤੇ ਥੋਰੋ ਜਿਹੜਾ ਗੰਭੀਰਤਾ ਨਾਲ ਐਜ਼ ਅ ਮਦਰ ਫਾਦਰ ਤੁਸੀਂ ਆਪ ਵਿਚਾਰ ਕਰਿਆ ਕਰੋ, ਤਾਂ ਹੀ ਸਕੂਲ ਡਿਸਟ੍ਰਿਕਟ ਵੱਲ ਕੋਈ ਕੰਪਲੇਂਟ ਲੈ ਕੇ ਆਇਆ ਕਰੋ। ਕਈ ਵਾਰੀ ਆਪਾਂ ਕੰਪਲੇਂਟ ਕਰਨ ਦੇ ਵਿੱਚ ਬਹੁਤ ਅਗਰੈਸਿਵਨੈਸ ਔਰ ਈਗਰਨੈਸ ਦਿਖਾ ਦਿੰਦੇ ਆ, ਉਹਦੇ ਆਊਟਕਮ ਫਿਰ ਕੁਛ ਵੀ ਨਹੀਂ ਨਿਕਲਦਾ ਹੈਗਾ। ਉਹਦੇ 'ਤੇ ਇਲਜ਼ਾਮ ਸਗੋਂ ਲੱਗ ਜਾਂਦਾ ਵੀ ਸਕੂਲ ਡਿਸਟ੍ਰਿਕਟ ਨੇ ਕੁਛ ਨਹੀਂ ਕੀਤਾ, ਹਾਲਾਂਕਿ ਉਹਦੇ ਸਕੂਲ ਡਿਸਟ੍ਰਿਕਟ ਦੀ ਕੋਈ ਗਲਤੀ ਨਹੀਂ ਹੁੰਦੀ ਹੈਗੀ, ਫਾਲਟ ਜਿਹੜਾ ਬੱਚੇ ਦਾ ਹੁੰਦਾ। ਤੇ ਇਹਦੇ ਬਾਰੇ ਮੈਂ ਇਹ ਵੀ ਸੋਚ ਰਹੀ ਹਾਂ ਮਿਸਟਰ ਥਿਨ ਕਿ ਐਜ਼ ਸਕੂਲ ਇਹਨਾਂ ਨੇ ਕਿਹਾ ਕਿ ਐਡਮਿਨ ਆ ਕੇ ਉਹਨਾਂ ਨੂੰ ਵਾਰਨਿੰਗ ਦੇ ਦਿੰਦੇ ਨੇ, ਦੈਟਸ ਐਨ ਆਫਟਰ ਇਫੈਕਟ। ਬਿਲਕੁਲ ਜੀ। ਇਹ ਸ਼ੁਰੂ ਕਿੱਦਾਂ ਹੋਇਆ? ਹਾਂਜੀ, ਗਲਤ ਸੰਗਤ 'ਚ ਤੁਸੀਂ ਕਹਿ ਲਓ, ਫਰੈਂਡਸ਼ਿਪਸ ਗੋਨ ਰੋਂਗ, ਜੋ ਵੀ ਕਹਿ ਲਓ। ਗਵਰਨਮੈਂਟ ਦੇ ਜਿਹੜੇ ਲਾ ਇਨਫੋਰਸਮੈਂਟਸ ਹੈਗੇ ਆ ਉਹਨਾਂ ਨੂੰ ਸਟ੍ਰਿਕਟ ਹੋਣਾ ਪੈਣਾ ਵੀ ਇਹ ਬੱਚਿਆਂ ਤੱਕ ਪਹਿਲੀ ਗੱਲ ਤਾਂ ਡਿਵਾਈਸਿਸ ਪਹੁੰਚਣ ਨਾ। ਹਾਂ, ਜਦੋਂ ਪਹੁੰਚ ਗਏ ਕਿ ਪੇਰੈਂਟਸ ਉਹਨਾਂ ਦੀ ਤਲਾਸ਼ੀ ਲੈਂਦੇ ਆ ਘਰਾਂ ਦੇ ਵਿੱਚ, ਉਹਦੇ ਬੈਕਪੈਕ ਚੈੱਕ ਕਰਦੇ ਆ। ਉੱਥੇ ਪ੍ਰਾਈਵੇਸੀ ਦੀ ਗੱਲ ਆ ਜਾਂਦੀ ਹੈ। ਅਸੀਂ ਸਕੂਲਾਂ ਦੇ ਵਿੱਚ ਤਲਾਸ਼ੀ ਨਹੀਂ ਲੈ ਸਕਦੇ, ਪਰ ਪੇਰੈਂਟਸ ਤਾਂ ਲੈ ਸਕਦੇ, ਮਾਪੇ ਤਾਂ ਤਲਾਸ਼ੀ ਲੈ ਸਕਦੇ, ਬੱਚਿਆਂ ਦੇ ਬੈਕਪੈਕ ਚੈੱਕ ਕਰ ਸਕਦੇ ਤੁਸੀਂ ਐਜ਼ ਕੰਸਰਨਡ ਪੇਰੈਂਟਸ, ਰਾਈਟ। ਸੋ ਹਾਂ, ਉੱਥੇ ਤੁਸੀਂ ਉਹਨਾਂ ਨੂੰ ਕੀ ਐਜੂਕੇਟ ਕਰ ਰਹੇ ਹੋ ਵੀ ਇਹਦੇ ਕੀ ਸਾਈਡ ਇਫੈਕਟ ਹੋ ਸਕਦੇ, ਕੀ ਉਹਨਾਂ ਨੂੰ ਕੋਈ ਵੀਡੀਓਜ਼ ਦਿਖਾ ਰਹੇ ਹੋ ਤੁਸੀਂ ਜਿਹੜੇ ਬੱਚੇ ਬਹੁਤ ਸੀਰੀਅਸਲੀ ਇਲ ਹੋਏ ਆ ਵੇਪਿੰਗ ਡਿਵਾਈਸਿਸ ਦੇ ਨਾਲ। ਮੈਂ ਤਾਂ ਦਿਖਾਉਣਾ ਆਪਣੇ ਬੱਚਿਆਂ ਨੂੰ, ਉਹ ਡਰਾਉਣਾ ਉਹਨਾਂ ਨੂੰ ਉਹ ਡਿਵਾਈਸਿਸ ਆਪਣੇ ਵੀਡੀਓਜ਼ ਦਿਖਾ ਕੇ। ਹਾਂਜੀ ਹਾਂਜੀ। ਮੇਰੀ ਟੀਚਰ ਨੇ ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਸਾਡੀ ਪਹਿਲੀ ਜਨਰੇਸ਼ਨ ਆ, ਰਾਈਟ। ਹਾਂਜੀ। ਮੈਨੂੰ ਥੋੜੇ ਟਿਪ ਦਿਓ ਵੀ ਵਾਟ ਵੀ ਸ਼ੁਡ ਡੂ, ਰਾਈਟ, ਹੈਨਾ। ਹਾਂਜੀ। ਤੇ ਉਹਨੇ ਮੈਨੂੰ ਦੱਸਿਆ ਵੀ ਫਸਟ ਤਾਂ ਤੁਹਾਨੂੰ ਇਹ ਆ ਵੀ ਤੁਸੀਂ ਚਾਈਲਡ ਨੂੰ ਐਵਰੀ ਡੇ ਛੱਡ ਕੇ ਜਦੋਂ ਜਾਣਾ ਟੀਚਰ ਦੇ ਨਾਲ ਗੁੱਡ ਮਾਰਨਿੰਗ ਕਰਕੇ ਜਾਣਾ। ਹਾਂਜੀ। ਫਿਰ ਤੁਹਾਨੂੰ ਕੋਈ ਲੋੜ ਆ ਤਾਂ ਤੁਸੀਂ ਨਿੱਕਾ ਜਿਹਾ ਨੋਟ ਲਿਖ ਦਿਓ, ਆਈ ਵਿਲ ਰਿਸਪੌਂਸ ਬੈਕ ਯੂ, ਰਾਈਟ। ਹਾਂਜੀ। ਫਿਰ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਜਿਹੜਾ ਬੱਚਾ ਤੁਹਾਡੀ ਡਾਟਰ ਔਰ ਜੋ ਸਨ ਦਾ ਫਰੈਂਡ ਆ, ਉਹਦੇ ਪੇਰੈਂਟਸ, ਉਹਨਾਂ ਦੇ ਘਰ ਦਾ ਮਾਹੌਲ ਕਿਹੋ ਜਿਹਾ, ਰਾਈਟ। ਬਿਲਕੁਲ। It did work for me, Isha, I tell you. ਹਾਂਜੀ। You know? ਹਾਂਜੀ। And then ਫਿਰ ਮੈਂ ਜਦੋਂ ਸਾਰੇ ਤੋਂ ਫਿਰ ਜਦੋਂ ਗ੍ਰੈਜੂਏਸ਼ਨ ਦੀ ਪਾਰਟੀ ਹੁੰਦੀ, ਰਾਈਟ। ਹਾਂਜੀ। I went to the PAC meeting. There was only 2 Indo-Canadian parents for whole high school. Can you believe it? ਹਾਂਜੀ ਹਾਂਜੀ। ਹੈ ਨਾ। ਇਹ ਸਾਡੇ ਵਿੱਚ ਕਮਜ਼ੋਰੀ ਆ। ਪੈਸਾ is not a necessity. You need a money, but you need family first. ਬਿਲਕੁਲ ਬਿਲਕੁਲ। Is a child. We grow up, but when we grow up in India, there was a different system. You know, everybody knew around here. Nobody knew you, right? ਹਾਂਜੀ। ਬਾਕੀ Mr. Sen, I thank you so much. Keep it up. ਮਿਹਰਬਾਨੀ ਰੰਧਾਵਾ ਸਾਹਿਬ, ਧੰਨਵਾਦ ਬਹੁਤ ਬਹੁਤ ਜੀ। ਤੁਸੀਂ ਆ ਕੇ ਦੱਸੋ, parents we gonna wake up, they're gonna work it. We hope so. We hope so. Thank you. Thank you ਜੀ, thank you Mr. ਰੰਧਾਵਾ। ਨਹੀਂ, ਇਹਨਾਂ ਦੇ ਬਹੁਤ ਚੰਗੇ ਸੁਝਾਅ ਹੈਗੇ ਆ ਔਰ ਮੈਂ ਐਪਰੀਸ਼ੀਏਟ ਕਰਦਾ ਵੀ ਰੰਧਾਵਾ ਸਾਹਿਬ ਆਪਣੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੇ ਵਿੱਚ ਇਨਵੋਲਵ ਹੋਏ ਆ। ਬਿਲਕੁਲ। ਔਰ ਮੈਂ ਇਨਕਰੇਜ ਕਰਦਾ ਹਰੇਕ ਪੇਰੈਂਟ ਇਹਨਾਂ ਤੋਂ ਸਿੱਖਣ, ਰਾਈਟ। ਜਿਸ ਤਰ੍ਹਾਂ ਮੈਂ ਅੱਗੇ ਗੱਲ ਕੀਤਾ ਵੀ ਜਿਹੜੇ ਮਾਪੇ ਆਪਣੇ ਬੱਚਿਆਂ ਦੀ ਡੇ ਟੂ ਡੇ ਲਾਈਫ ਵਿੱਚ ਇਨਵੋਲਵ ਹੈਗੇ ਆ, ਬੱਚੇ ਗਲਤ ਰਾਹ ਤੇ ਨਹੀਂ ਪੈਂਦੇ। ਮੇ ਵੀ ਬਹੁਤ ਘੱਟ ਪਰਸੈਂਟੇਜ ਹੋਊਗੀ ਜਿਹੜੇ ਕਿ ਪੈ ਜਾਂਦੇ ਆ, ਪਰ ਉਹਨਾਂ ਨੂੰ ਵੀ ਬੱਚਿਆਂ ਨੂੰ ਫਿਰ ਮੋਲਡ ਕੀਤਾ ਜਾ ਸਕਦਾ ਜਲਦੀ। ਬਿਲਕੁਲ। ਜੇ ਆਪਾਂ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਸੀਗੀ ਸਕੂਲ ਯੂਨੀਫਾਰਮਸ ਦੀ, ਉਹਦੇ ਵਿੱਚ ਐਕੁਇਟੀ ਤਾਂ ਆਂਦੀ ਹੈਗੀ ਆ। ਉਹਦੇ ਵਿੱਚ ਇੱਕ ਅਰਲੀ ਸਟੇਜਿਸ ਦੇ ਵਿੱਚ ਜਿਹੜਾ ਮਾਈਂਡ ਸੈਟ ਹੁੰਦਾ ਨਾ ਬੱਚਿਆਂ ਦਾ, ਬ੍ਰਾਂਡਿੰਗ ਦਾ, ਉਹ ਬਹੁਤ ਜ਼ਿਆਦਾ ਉਹਦੇ ਤੇ ਫਰਕ ਪੈਂਦਾ। ਔਰ ਮੇਰੇ ਬੱਚੇ ਜਿਸ ਤਰ੍ਹਾਂ ਮੈਕਲਾਊਡ 'ਚ ਪੜ੍ਹਦੇ ਆ, ਕਈ ਬੱਚਿਆਂ ਦਾ ਇਹ ਵੀ ਕੰਸਰਨ ਹੈਗਾ ਵੀ ਸਾਡੀ ਕਾਸਟ ਵੱਧ ਜੂਗੀ ਯੂਨੀਫਾਰਮਸ ਨੂੰ ਲੈ ਕੇ। ਹਾਂਜੀ। ਮੈਂ ਦੱਸਣਾ ਚਾਹੁੰਦਾ ਮੇਰੇ ਪਰਸਨਲ ਐਕਸਪੀਰੀਅੰਸ ਤੋਂ, ਅਸੀਂ ਤਿੰਨਾਂ ਬੱਚਿਆਂ ਲਈ 3 ਯੂਨੀਫਾਰਮ ਲਈ ਦੀਆਂ ਸਵੇਰ ਸਾਲ ਦੇ ਸ਼ੁਰੂ ਦੇ ਵਿੱਚ। ਉਹ ਸਾਰਾ ਸਾਲ ਉਹੀ 3 ਪਾ ਕੇ ਜਾਂਦੇ ਆ। ਹਾਂਜੀ। ਰੋਟੇਸ਼ਨ ਦੇ ਔਰ ਮਮ ਵਾਸ਼ ਕਰਦੇ, ਰਾਈਟ। ਤੇ ਉਹੀ ਯੂਨੀਫਾਰਮ ਉਹਨਾਂ ਨੂੰ ਪਤਾ, ਪਾ ਕੇ ਕੋਈ ਕੁਐਸਚਨ ਨਹੀਂ ਉਹਦੇ ਤੇ ਸਵੇਰੇ ਹੁੰਦਾ ਵੀ ਮੈਂ ਆਹ ਨਹੀਂ ਪਾਉਣਾ ਜਾਂ ਆਹ ਨਹੀਂ ਪਾਉਣਾ। ਜਿੱਦਾਂ ਹੀ ਉਹਨਾਂ ਦੇ 2 ਆਪਣੇ ਸ਼ੂਜ਼ ਦੇ ਸੈੱਟ ਆ, ਘਰੋਂ ਜਿਹੜਾ ਮਰਜ਼ੀ ਕਲਰਡ ਸ਼ੂਜ਼ ਪਾ ਕੇ ਜਾਣ, ਪਰ ਉਹ ਇਨ ਸਕੂਲ ਉਹਨਾਂ ਦੇ ਡਿਫਰੈਂਟ ਵਾਈਟ ਪਲੇਨ ਸ਼ੂਜ਼ ਹੈਗੇ ਸਾਰਿਆਂ ਦੇ। ਅੰਦਰ ਜਾਂਦੇ ਸਾਰੀ ਉਹਨਾਂ ਨੂੰ ਚੇਂਜ ਕਰਕੇ ਉਹ ਵਾਈਟ ਸ਼ੂਜ਼ ਪਾਣੇ ਪੈਂਦੇ ਆ ਪਲੇਨ, ਹਾਂਜੀ, ਵਿਦ ਨੋ ਲੋਗੋ ਔਨ ਇਟ, ਰਾਈਟ। ਉਹ ਹੈਗੀ ਐਕੁਇਟੀ, ਉਹ ਹੈਗੀ ਆ ਕੀਪਿੰਗ ਯੂਰ ਕਿਡਸ ਅਵੇ ਫਰੋਮ ਬ੍ਰਾਂਡਿੰਗ। ਕਿਉਂਕਿ ਜਦੋਂ ਆ ਬ੍ਰਾਂਡਿੰਗ ਵਾਲਾ ਮਾਈਂਡ ਸੈੱਟ ਹੋ ਜਾਂਦਾ ਨਾ ਵੀ ਫਲਾਣੇ ਨੇ ਨਾਈਕੀ ਪਾਏ, ਉਹਨੇ ਐਡੀਡਾਸ ਪਾਏ, ਮੈਂ ਵੀ ਉਹ ਪਾਣੇ, ਉਹ ਐਲੀਮੈਂਟਰੀ ਏਜ ਦੇ ਵਿੱਚ ਉਹ ਕੁਛ ਨਹੀਂ ਕਰ ਸਕਦੇ।
ਪਰ ਜਿੱਦਾਂ ਹੀ ਉਹ ਹਾਈ ਸਕੂਲ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਮੇਰੇ ਕੋਲ ਰਿਸੋਰਸਿਸ ਆ ਗਏ, ਹੁਣ ਮੈਨੂੰ ਇਹ ਫਲਾਣਾ ਡਰੱਗ ਡੀਲਰ ਅਪਰੋਚ ਕਰ ਰਿਹਾ, ਇਹ ਮੈਨੂੰ ਕਹਿ ਰਿਹਾ ਵੀ ਜੇ ਤੂੰ ਆ ਪੁੜੀ ਵੇਚਤੀ ਤੂੰ $20 ਬਣਾ ਲੇਗਾ, ਤਾਂ ਮੈਂ ਕਿਉਂ ਨਾ ਉਹ $20 ਬਣਾਵਾਂ ਤੇ ਮੈਂ ਆਪਦੇ ਸ਼ੂ ਲੈ ਕੇ ਆਵਾਂ। ਸੋ ਉਹ ਜਿਹੜਾ ਬ੍ਰਾਂਡਿੰਗ ਦਾ ਜਿਹੜਾ ਮਾਈਂਡ ਸੈਟ ਆ ਹੁੰਦਾ ਉਹ ਬਹੁਤ ਅਰਲੀ ਸਟੇਜੀ ਸੈਟ ਆ, ਪਰ ਉਹਦੇ ਜਿਹੜੇ ਇਫੈਕਟ ਆਪਾਂ ਨੂੰ ਸਾਈਡ ਇਫੈਕਟ ਉਹ ਵੱਡੀਆਂ ਕਲਾਸਾਂ ਵਿੱਚ ਜਾ ਕੇ ਦੇਖਣ ਨੂੰ ਮਿਲਦੇ। ਇਸ ਲਈ ਮੈਂ ਇਹਦੇ ਹੱਕ ਦੇ ਵਿੱਚ ਹੈ ਯੂਨੀਫਾਰਮ। ਬਿਲਕੁਲ, ਇਟਸ ਅ ਡੋਮਿਨੋ ਇਫੈਕਟ। ਬਿਲਕੁਲ ਜੀ, ਬਿਲਕੁਲ। ਜਸਲ ਜੀ ਸਤਿ ਸ਼੍ਰੀ ਅਕਾਲ, ਵੈਲਕਮ ਔਨ 에ਅਰ ਜੀ। ਸਤਿ ਸ਼੍ਰੀ ਅਕਾਲ ਜੀ। ਥਿੰਦ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਬੜਾ ਵਧੀਆ ਪ੍ਰੋਗਰਾਮ ਲੈ ਕੇ ਆਏ ਆ। ਥੈਂਕ ਯੂ ਜਸਲ ਸਾਹਿਬ। ਸਕੂਲ ਕਾਲਜ ਦਾ ਤੁਸੀਂ ਦੱਸਿਆ, ਅਸੀਂ ਵੀ ਸਮਝਦਾ ਵਿੱਚ 73-74 ਤੋਂ ਬੱਚੇ ਆਪਣੇ ਨੂੰ ਸ਼ੁਰੂ ਕੀਤਾ ਸਕੂਲ ਦੇ ਛੱਡਣਾ। ਅੱਛਾ ਜੀ। ਡਾਕਟਰ ਇੰਜੀਨੀਅਰ ਬਣੇ ਆ, ਉਦੋਂ ਤਾਂ ਟੀਚਰ ਵੀ ਡਾਂਟਦੇ ਹੁੰਦੇ ਸੀ ਤੇ ਘਰ ਮਾਪਿਆਂ ਨੂੰ ਵੀ ਲੰਮੇ ਪਾ ਲੈਣੇ ਨਿਆਣਿਆਂ ਨੂੰ ਵੀ ਤੁਸੀਂ ਕਿਉਂ ਨਹੀਂ ਪੜ੍ਹੇ। ਹਾਂਜੀ, ਕੁੱਟਦੇ ਹੁੰਦੇ ਸੀ, ਡਰਦੇ ਰਹਿਣਾ। ਤੇ ਬੱਚੇ ਬਹੁਤ ਇੰਟੈਲੀਜੈਂਟ ਨਿਕਲੇ ਬੱਚੇ ਸਾਡੇ। ਗਾਂ ਹੁਣ ਪੋਤੇ ਵੀ ਪੜ੍ਹਦੇ ਇੱਥੇ ਆਏ ਆ ਤੇ ਪੋਤੀਆਂ ਵੀ ਇੱਥੇ ਬੋਲਦੇ ਆ। ਤੇ ਹੁਣ ਉਹ ਡਰ ਨਹੀਂ ਆਪਣੇ ਥਿੰਦ ਸਾਹਿਬ ਬੱਚਿਆਂ ਦੇ ਵਿੱਚ, ਜਿੱਦਾਂ ਸਾਡੇ ਸਮਿਆਂ ਦੇ ਵਿੱਚ ਗਾਂ ਸਾਡੇ ਨਿਆਣਿਆਂ ਸਮੇਂ ਵਿੱਚ ਡਰ ਸੀ, ਉਹ ਹੁਣ ਡਰ ਹੈ ਨਹੀਂ ਨਿਆਣਿਆਂ 'ਚ। ਡਰ ਤਾਂ ਆਪਾਂ ਕੱਢਣਾ ਜੀ ਬੱਚਿਆਂ ਦੇ ਵਿੱਚੋਂ। ਅਸੀਂ ਤਾਂ ਉਹਦੇ ਤੇ ਕੰਮ ਕਰ ਰਹੇ ਹਾਂ ਜੀ ਵੀ ਬੱਚਿਆਂ ਦੇ ਵਿੱਚੋਂ ਡਰ ਕਿੱਦਾਂ ਕੱਢਿਆ ਜਾਵੇ, ਕਿਉਂਕਿ ਜਿਹੜਾ ਡਰ ਹੈ ਨਾ ਜੀ, ਇਹ ਜ਼ਰੂਰੀ ਨਹੀਂ ਹੈਗਾ ਬੱਚੇ ਨੂੰ ਚੰਗੇ ਰਾਹ ਤੇ ਪਾਉਣਾ। ਹਾਂ, ਬੱਚਿਆਂ ਨੂੰ ਜਿਹੜੀ ਤੁਸੀਂ ਇੱਕ ਚੰਗੀ ਮੱਤ ਦੇਣੀ ਵੀ ਤੇਰੇ ਲਈ ਇਹ ਸਹੀ ਹੈ ਤੇ ਇਹ ਗਲਤ ਹੈ, ਉਹ ਜ਼ਰੂਰੀ ਹੈ। ਨਾ ਕਿ ਉਹਨੂੰ ਧਮਕਾ ਡਰਾ ਕੇ ਅਸੀਂ ਕਹੀਏ ਵੀ ਚੱਲ ਸਕੂਲ ਚੱਲ, ਤੂੰ ਇਸ ਬੰਦੇ ਦਾ ਪੁੱਤ ਬਣ ਕੇ ਬਹਿ ਉੱਥੇ ਜਾ, ਇਹ ਕੰਮ ਕਰ ਜਾ, ਉਹ ਕਰ। ਉਹ ਜਿਹੜਾ ਡਰਾਉਣਾ ਧਮਕਾਉਣਾ, ਉਹ ਜਿਹੜਾ ਮਾਡਲ ਪੁਰਾਣਾ ਹੋ ਚੁੱਕਿਆ, ਉਹ ਕੰਮ ਨਹੀਂ ਕਰੇਗਾ। ਉਹ ਅੱਜ ਦੀ ਪੀੜ੍ਹੀ ਉੱਤੇ ਕੰਮ ਨਹੀਂ ਕਰੇਗਾ। ਸਾਡੇ ਤੇ ਕਰਦਾ ਸੀ ਕਿਉਂਕਿ ਸਾਡੀਆਂ ਮੋਰਲ ਵੈਲਿਊਜ਼ ਡਿਫਰੈਂਟ ਸੀਗੀਆਂ। ਅਸੀਂ ਸਾਡੇ 'ਚ ਬਰਦਾਸ਼ਤ ਦਾ ਮਾਦਾ ਸੀਗਾ, ਅੱਜ ਕੱਲ੍ਹ ਦੇ ਬੱਚਿਆਂ ਵਿੱਚ ਨਹੀਂ ਹੈਗਾ। ਹਾਂਜੀ। ਤੇ ਬਾਕੀ ਜਿਹੜਾ ਸਕੂਲਾਂ ਦਾ ਤੁਸੀਂ ਦੱਸਦੇ, ਮੈਂ ਖੁਦ ਮੇਨਟੇਨੈਂਸ ਕਰਦਾ ਰਿਹਾ ਸਕੂਲਾਂ ਦੀ, ਫ੍ਰੀ ਦੇ ਵਿੱਚ ਹੀ ਕਰਦਾ ਰਿਹਾ। ਮੈਂ ਲੱਕੜੀ ਦਾ ਪ੍ਰੋਫੈਸ਼ਨ ਕਾਰਪੈਂਟਰ ਆ। ਠੀਕ ਹੈ ਜੀ। ਜਦੋਂ ਕਿਤੇ ਪਿੰਡ ਵਿੱਚ ਰਹਿੰਦੇ ਸੀ ਤੇ ਪਿੰਡ ਵਿੱਚ ਕੋਈ ਕੰਮਕਾਰ ਹੋਣਾ ਤੇ ਉਹਨੂੰ ਜਿੰਨਾ ਵੀ ਕੰਮ ਕਰਨਾ ਮਿਸਤਰੀ ਤੇ ਕਰਾਉਣਾ, ਮੈਂ ਕਦੀ ਇੱਕ ਢੇਲਾ ਨਾ ਹੀ ਲਿਆ। ਠੀਕ ਹੈ ਜੀ। ਤੇ ਮੈਂ ਮੁਫਤ ਸੇਵਾ ਕੀਤੀ, ਮੈਨੂੰ ਬਹੁਤ ਵਧੀਆ। ਮੇਰੇ ਬੱਚੇ ਵੀ ਬਹੁਤ ਲੈ ਕੇ ਨਿਕਲੇ ਆ, ਟੀਚਰ ਸਾਹਿਬਾਨ ਵੀ ਬਹੁਤ ਆਪਣੀ ਰਿਸਪੈਕਟ ਕਰਦੇ ਸੀਗੇ। ਤਾਂ ਮੈਂ ਤੁਹਾਡਾ ਪ੍ਰੋਗਰਾਮ ਸੁਣ ਕੇ ਬਹੁਤ ਹੈਪੀ ਹੋਇਆ। ਬਾਕੀ ਨਿਸ਼ਾ, ਹਾਂਜੀ ਤੁਹਾਡੇ ਨਾਲ ਲਾਸਟ ਕਾਲ ਕਰਤਾ, ਮੈਂ ਚੱਲ ਜਾਣਾ ਨੈਕਸਟ ਵੀਕ। ਅੱਛਾ ਜੀ, ਅੱਛਾ ਜਸਲ ਜੀ, ਠੀਕ ਹੈ ਜੀ। ਸਾਨੂੰ ਇੰਤਜ਼ਾਰ ਰਹੂਗਾ, ਤੁਸੀਂ ਕਦ ਵਾਪਸ ਆਓਗੇ ਤੇ ਸਾਨੂੰ ਕਾਲ ਕਰੋਗੇ ਤੇ ਸਾਡੇ ਸ਼ੋਅ ਦਾ ਹਿੱਸਾ ਬਣੋਗੇ। ਨਹੀਂ ਬੇਟਾ, ਮੈਂ ਤੁਹਾਨੂੰ ਉੱਥੇ ਕਾਲ ਕਰਿਆ ਕਰਨੀ ਆ। ਅੱਛਾ, ਠੀਕ ਹੈ ਜਸਲ ਜੀ। ਪੰਜਾਬ ਨੂੰ ਮੈਨੇਜਮੈਂਟ ਹੋਸਟਾਂ ਨੂੰ ਨਹੀਂ ਛੱਡਦਾ ਮੈਂ। ਥੈਂਕ ਯੂ ਜਸਲ ਜੀ, ਧੰਨਵਾਦ ਤੁਹਾਡਾ। ਥਿੰਦ ਸਾਹਿਬ ਨੂੰ ਤੁਹਾਨੂੰ ਦੋਨਾਂ ਬੇਟਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਧੰਨਵਾਦ ਜਸਲ ਸਾਹਿਬ। ਜਸਲ ਜੀ ਸਾਡੇ ਰੈਗੂਲਰ ਕਾਲਰ ਨੇ ਜੀ, ਹਮੇਸ਼ਾ ਕਾਲ ਕਰਦੇ ਨੇ ਤੇ ਗਾਣਾ ਵੀ ਬਹੁਤ ਚੰਗਾ ਗਾਉਂਦੇ ਨੇ। ਅੱਛਾ ਜੀ। ਹਾਂਜੀ, ਸ਼ੋਅ 'ਚ ਆ ਕੇ ਇਹਨਾਂ ਦੀ ਵੀ ਇਹ ਵਧਾਈ ਦੇ ਪਾਤਰ ਹੈ ਕਿ ਇਹਨਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ, ਚੰਗਾ ਮੁਕਾਮ ਦਿੱਤਾ ਤੇ ਉਹ ਚੰਗੀ ਅੱਜ ਮੁਕਾਮ ਤੇ ਪਹੁੰਚੇ ਹੋਏ ਆ, ਐਜੂਕੇਟਿਡ ਆ, ਚੰਗੇ ਰੁਤਬਿਆਂ ਤੇ ਬੈਠੇ ਹੈਗੇ ਆ। ਔਰ ਅਗੇਨ ਉੱਥੇ ਹੀ ਗੱਲ ਆ ਜਾਂਦੀ ਹੈ ਵੀ ਕੀ ਐਜ਼ ਪੇਰੈਂਟਸ ਤੁਸੀਂ ਆਪਣੇ ਬੱਚਿਆਂ ਦੀ ਲਾਈਫ ਵਿੱਚ ਇਨਵੋਲਵਡ ਰਹੇ ਹੋ, ਕਿ ਤੁਸੀਂ ਆਪਣਾ ਜੋ ਪਾਰਟ ਸੀਗਾ ਉਹ ਅਦਾ ਕੀਤਾ। ਜਿਹੜੇ ਪੇਰੈਂਟਸ ਨੇ ਕੀਤਾ ਉਹਨਾਂ ਨੂੰ ਪੋਜ਼ਿਟਿਵ ਰਿਜ਼ਲਟਸ ਮਿਲੇ ਸਾਰੇ। ਬਿਲਕੁਲ। ਤੇ ਜੇ ਤੁਸੀਂ ਬੱਚਿਆਂ ਨੂੰ ਯੂ ਲੀਵ ਯੂਰ ਕਿਡਸ ਔਨ ਦੇਅਰ ਓਨ, ਵੀ ਬੈਠੇ ਆ ਕੰਪਿਊਟਰ ਤੇ ਬੈਠੇ, ਆਈਪੈਡ ਤੇ ਬੈਠੇ ਆ, ਤਾਂ ਕਿ ਉਹ ਤੁਹਾਨੂੰ ਨਾ ਬੋਦਰ ਕਰਨ। ਤੁਸੀਂ ਕਹਿੰਦੇ ਆਈਪੈਡ ਫੋਨ ਲੈ ਕੇ ਚਲੇ ਜਾ ਆਪਣਾ, ਵੀ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਤੂੰ ਆਪਦਾ ਫੋਨ, ਉਹਨਾਂ ਨੂੰ ਆਪਦੀ ਕਮਿਊਨੀਕੇਸ਼ਨ ਦਾ ਹਿੱਸਾ ਬਣਾਓ। ਬਿਲਕੁਲ। ਜੇ ਹਸਬੈਂਡ ਸਾਡੇ ਸ਼ੋਅ ਦੇ ਵਿੱਚ ਜਨਵਰੀ 2 ਨੂੰ ਮੈਂ ਸ਼ੋਅ ਕੀਤਾ ਸੀਗਾ। ਸਾਰੀ ਟੀਚਰਸ ਐਸੋਸੀਏਸ਼ਨ ਦੇ ਵਾਈਸ ਪ੍ਰਿੰਸੀਪਲ ਆਈ ਥਿੰਕ ਮਿਸ ਫੋਸਟਰ, ਉਹ ਆਏ ਸੀਗੇ ਸਾਡੇ ਸ਼ੋਅ ਦੇ ਉੱਤੇ ਥਰੂ ਫੋਨ। ਤੇ ਉਹਨਾਂ ਨੇ ਐਕਸਪੈਰੀਮੈਂਟ ਇੱਕ ਕੀਤਾ ਸੀਗਾ ਵਿਚ ਆਈ ਫਾਊਂਡ ਵੈਰੀ ਇੰਟਰਸਟਿੰਗ। ਉਹਨਾਂ ਨੇ ਆਪਣੇ ਸਟੂਡੈਂਟਸ ਦੇ ਫੋਨ ਲੈ ਲਏ ਵਿਦ ਦ ਪਰਮਿਸ਼ਨ ਆਫ ਦ ਪੇਰੈਂਟਸ, ਕਿ ਤੁਸੀਂ ਫੋਨ ਇੱਕ ਵੀਕਐਂਡ ਲਈ ਤੁਸੀਂ ਨਾ ਯੂਜ਼ ਕਰੋ ਤੇ ਵੇਖੋ ਤੁਹਾਡੀ ਲਾਈਫ 'ਚ ਕੀ ਚੇਂਜਸ ਹੁੰਦੇ ਨੇ। ਤੇ ਉਹਨਾਂ ਨੇ ਕਿਹਾ ਪਹਿਲਾ ਦਿਨ ਤਾਂ ਉਹਨਾਂ ਨੂੰ ਬੱਚਿਆਂ ਨੇ ਕਿਹਾ ਕਿ ਸਾਨੂੰ ਫੋਨ ਵਾਪਸ ਚਾਹੀਦੇ ਨੇ ਸਾਡੇ, ਵੀ ਕਾਂਟ ਲਿਵ ਵਿਦਆਊਟ ਇਟ। ਤੇ ਫਿਰ ਦੂਜੇ ਦਿਨ ਉਹਨਾਂ ਨੇ ਕਿਹਾ ਕਿ ਸਾਡੀ ਲਾਈਫ ਹੁਣ ਬਿਹਤਰ ਹੋ ਰਹੀ ਹੈ, ਅਸੀਂ ਜ਼ਿਆਦਾ ਪੇਸ਼ੈਂਟ ਹੋ ਰਹੇ ਹਾਂ, ਅਸੀਂ ਆਪਣੇ ਪੇਰੈਂਟਸ ਕੋਲ ਬਹਿ ਰਹੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਘਰ 'ਚ ਹੋ ਕੀ ਰਿਹਾ ਹੈ ਉਹ ਸਭ ਕੁਝ ਸਿੱਖ ਰਹੇ ਹਾਂ ਉਹਨਾਂ ਕੋਲੋਂ, ਐਂਡ ਵੀ ਫੀਲ ਗੁੱਡ ਅਬਾਊਟ ਇਟ। ਪਰ ਇੱਕ ਸਟੂਡੈਂਟ ਸੀਗਾ ਜਦੋਂ ਸਕੂਲ ਵਾਪਸ ਆਇਆ ਮੰਡੇ ਨੂੰ, ਉਹਨੇ ਕਿਹਾ ਕਿ ਮੈਂ ਤਾਂ ਬਹੁਤ ਬੋਰ ਹੋ ਗਿਆ। ਤੇ ਉਹਨਾਂ ਨੇ ਪੁੱਛਿਆ ਮਿਸ ਫੋਸਟਰ ਨੇ ਕਿ ਬੋਰ ਕਿਉਂ ਹੋ ਗਏ ਤੁਸੀਂ? ਕਹਿੰਦੇ ਕਿ ਮੇਰੇ ਪੇਰੈਂਟਸ ਫੋਨ ਤੇ ਲੱਗੇ ਹੋਏ ਸੀ, ਦੇ ਡਿਡਨਟ ਹੈਵ ਟਾਈਮ ਫॉर ਮੀ। ਠੀਕ ਹੈ ਜੀ। ਤੇ ਮੈਂ ਬਸ ਬੈਠਾ ਹੋਇਆ ਸੀ ਘਰ, ਕਿਸੇ ਨਾਲ ਗੱਲਬਾਤ ਨਹੀਂ ਹੋਈ ਮੇਰੀ, ਟੀਵੀ ਵੀ ਕਿੰਨਾ ਕੁ ਵੇਖ ਲਿਆ ਮੈਂ,
ਬਟ ਦ ਪੇਰੈਂਟਸ ਵਰ ਸੋ ਇਨਵੋਲਵਡ ਕਿ ਕਈ ਵਾਰੀ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਟਾਈਮ ਨਹੀਂ ਦੇ ਰਹੇ, ਈਵਨ ਇਫ ਦ ਕਿਡ ਇਜ਼ ਸਿਟਿੰਗ ਬਾਏ ਦੈਮਸੈਲਵਸ। ਬਿਲਕੁਲ ਜੀ, ਤੇ ਬੜੀ ਇੰਟਰਸਟਿੰਗ ਸਟੱਡੀ ਲੱਗੀ ਹੈ ਮੈਨੂੰ। ਇੰਟਰਸਟਿੰਗ ਹੈਗੀ, ਔਰ ਮੈਂ ਇਹ ਰਿਕੁਐਸਟ ਕਰਦਾ ਸਾਰੇ ਤੁਹਾਡੇ ਲਿਸਨਰ ਨੂੰ, ਇੱਕ ਆਪਣੀ ਨੋਰਮਲ ਪ੍ਰੈਕਟਿਸ ਬਣਾਓ, ਇਹਨੂੰ ਇੱਕ ਹਿੱਸਾ ਬਣਾਓ ਆਪਣੀ ਡੇ ਟੂ ਡੇ ਲਾਈਫ ਦਾ, ਵੀ ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਘਰੇ ਬੈਠਣਾ, ਆਪਣੇ ਸਾਰੇ ਫੋਨ ਇੱਕ ਬਾਸਕਟ ਦੇ ਵਿੱਚ ਰੱਖ ਦਿਓ। ਵੀ ਕਿਸੇ ਦੇ ਹੱਥ ਵਿੱਚ ਵੀ ਜਿਹੜਾ ਇਲੈਕਟ੍ਰੋਨਿਕ ਡਿਵਾਈਸ ਨਹੀਂ ਹੋਣਾ ਚਾਹੀਦਾ। ਉਦੋਂ ਤੁਸੀਂ ਆਪਣਾ ਜਿਹੜਾ ਡਾਇਲੋਗ ਸਟਾਰਟ ਕਰੋ, ਤਾਂ ਕਿ ਉਹ ਅਨਇੰਟਰਪਟਿਡ ਹੋਵੇ, ਕਿਸੇ ਨੂੰ ਏਦਾਂ ਨਾ ਲੱਗੇ ਵੀ ਮੇਰੀ ਗੱਲ ਇਹ ਸੁਣ ਰਹੇ ਆ ਜਾਂ ਮੇਰੀ ਗੱਲ ਨਹੀਂ ਸੁਣ ਰਹੇ। ਮੈਂ ਕੱਲ ਰਾਤ ਦੀ ਗੱਲ ਕਰਦਾ, ਮੈਂ ਤੇ ਮੇਰੀ ਵਾਈਫ ਅਸੀਂ ਵੀ ਵਰ ਪਲੇਇੰਗ ਕਾਰਡਸ, ਹੈ ਨਾ। ਹਾਂਜੀ, ਸਾਡੇ ਬੱਚੇ ਨੇ ਸਾਡੇ ਕੋਲ 2 ਵਾਰੀ ਸਵਾਲ ਕੋਈ ਪੁੱਛਿਆ, ਅਨਫੋਰਚੂਨੇਟਲੀ ਨਾ ਉਹਨੇ ਧਿਆਨ ਦਿੱਤਾ, ਵੀ ਵਰ ਸੋ ਡੀਪਲੀ ਇਨਵੋਲਵਡ ਇਨ ਪਲੇਇੰਗ ਕਾਰਡਸ ਕਿ ਅਸੀਂ ਦੋਨਾਂ ਨੇ ਇਗਨੋਰ ਕੀਤਾ, ਐਂਡ ਥਰਡ ਟਾਈਮ ਹੀ ਵਾਜ਼ ਮੈਡ। ਹਾਂਜੀ, ਤੇ ਗੁੱਸਾ ਜ਼ਾਹਿਰ ਕੀਤਾ ਉਹਨਾਂ ਨੇ। ਫਿਰ ਜਦੋਂ ਅਸੀਂ ਦੁਬਾਰਾ ਉਹਨੂੰ we put the cards aside ਤੇ ਕਿਹਾ ਵੀ ਤੂੰ ਦੁਬਾਰਾ ਰਿਪੀਟ ਕਰ, then he wasn't even repeating his questions, ਹੈ ਨਾ। ਸੋ ਕਈ ਵਾਰੀ ਇਹ ਹੁੰਦਾ ਵੀ ਅਸੀਂ ਬੱਚੇ ਸਾਡੇ ਨਾਲ ਕੋਈ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਆ, ਪਰ ਅਸੀਂ ਆਪ ਉਹਦਾ ਹਿੱਸਾ ਨਹੀਂ ਬਣਦੇ। ਸੋ ਜਦੋਂ ਵੀ ਤੁਸੀਂ ਬੈਠਣਾ ਫੈਮਿਲੀ ਨੇ, ਤੁਸੀਂ ਅਨਡਾਇਵਰਟਿਡ ਅਟੈਂਸ਼ਨ ਚਾਹੀਦੀ ਹੈ ਤੁਹਾਡੀ ਸਾਰਿਆਂ ਨੂੰ। ਬਿਲਕੁਲ ਬਿਲਕੁਲ। ਤੇ ਦ ਥਿੰਗ ਇਜ਼ ਯੂ ਰਿਅਲਾਈਜ਼ਡ ਇਟ, ਤੁਸੀਂ ਰਿਅਲਾਈਜ਼ ਕੀਤਾ। ਕਈ ਪੇਰੈਂਟਸ ਆਰ ਰਿਅਲਾਈਜ਼, ਦੇ ਡੋਂਟ ਰਿਅਲਾਈਜ਼ ਇਟ ਕਿ ਹੋ ਕੀ ਰਿਹਾ ਹੈ ਸਾਡੇ ਨਾਲ। ਆਈ ਥਿੰਕ ਦੈਟਸ ਦ ਫਰਸਟ ਸਟੈਪ, ਇਜ਼ ਆਈਡੈਂਟੀਫਾਈ ਕਰਨਾ। ਫਿਰ ਉਹਦੇ ਉੱਤੇ ਐਜ਼ ਪੇਰੈਂਟਸ ਵੀ ਵਿਲ ਡੈਫੀਨੇਟਲੀ ਵਰਕ ਔਨ ਇਟ।